प्रोग्राम वास्ते बड़े सुन वालिਆਂ ਨੂੰ ਕਮਲੇਸ਼ ਦੀ ਨਮਸਕਾਰ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਜੀ ਕਿ ਅੱਜ ਦਾ ਇਹ ਦਿਹਾੜਾ ਜਿਹੜਾ ਕਿ ਮਨ ਨੂੰ ਬੜਾ ਭਾਰੀ ਕਰ ਜਾਂਦਾ ਹੈ। ਆਪਣੀ ਤੇਜ਼ ਦੌੜ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਉਡਨ ਸਿੱਖ ਪਦਮ ਸ਼੍ਰੀ ਮਿਲਖਾ ਸਿੰਘ ਜੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕੁਝ ਗੱਲਾਂ ਉਹਨਾਂ ਵੱਲੋਂ ਕੀਤੀਆਂ ਗਈਆਂ ਸਾਡੇ ਕੋਲ ਰਿਕਾਰਡ ਨੇ, ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੈਂ ਆਰਮੀ ਸੀ ਜਦ ਦੌੜਨਾ ਸ਼ੁਰੂ ਕੀਤਾ ਔਰ ਆਰਮੀ ਵਾਲਿਆਂ ਨੇ ਮੈਨੂੰ ਸਿਲੈਕਟ ਕਰ ਲਿਆ। ਪਹਾੜੀ ਸੀ ਉੱਥੇ ਸਿਕੰਦਰਾਬਾਦ ਦੇ ਵਿੱਚ, ਤੇ ਉਸ ਪਹਾੜੀ ਦੇ ਉੱਤੇ ਮੈਂ ਰੋਜ਼ ਚੜ੍ਹਿਆ ਕਰਦਾ ਸੀ, ਕਾਫੀ ਹਾਈਟ ਤੇ ਜਾਇਆ ਕਰਦਾ ਸੀ ਔਰ ਉਸੋਂ ਉਤਰਿਆ ਕਰਦਾ ਸੀ। ਤੇ ਉਹਦੇ ਨਾਲ ਹੀ ਇੱਕ ਰੇਲ ਗੱਡੀ ਜਿਹੜੀ ਸੀ ਚੱਲਦੀ ਸੀ ਥੱਲੇ ਪਹਾੜੀ ਦੇ ਨਾਲ ਨਾਲ ਆਂਦੀ ਹੁੰਦੀ ਸੀ। ਰੇਲ ਗੱਡੀ ਦੇ ਨਾਲ ਮੈਂ ਦੌੜਨਾ, ਤੇ ਜਿਹੜਾ ਡਰਾਈਵਰ ਸੀ ਇੰਜਨ ਦਾ ਉਹਨੇ ਮੇਰਾ ਹੌਸਲਾ ਵਧਾਇਆ। ਜਦ ਵੀ ਉਹ ਗੱਡੀ ਆਣੀ, ਕਿਉਂਕਿ ਉਹ ਗੱਡੀ ਵੀ ਚੜ੍ਹਾਈ ਤੇ ਚੜ੍ਹਦੀ ਹੁੰਦੀ ਸੀ ਤੇ ਮੈਂ ਵੀ ਨਾਲ ਨਾਲ ਦੌੜਨਾ, ਤੇ ਉਹਨੇ ਡਰਾਈਵਰ ਨੇ ਕਹਿਣਾ ਆ ਜਾਓ ਸਰਦਾਰ ਸਾਹਿਬ। ਉਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਮਿਲਖਾ ਸਿੰਘ ਹੈਗਾ ਜਾਂ ਇਹਨੇ ਅੱਛਾ ਦੌੜੀਆ ਬਣਨਾ ਹੈਗਾ। ਇਹ ਮੈਂ ਤੁਹਾਨੂੰ 51, 52 ਦੀਆਂ ਗੱਲਾਂ ਸੁਣਾ ਰਿਹਾ। ਇਹ ਬਿਲਕੁਲ ਗੱਲ ਸਹੀ ਹੈ ਕਿ ਮੈਂ ਰੇਲ ਗੱਡੀ ਦੇ ਨਾਲ ਦੌੜ ਕੇ ਪ੍ਰੈਕਟਿਸ ਕਰਦਾ ਰਿਹਾ। ਔਰ ਉਹ ਡਰਾਈਵਰ ਨੂੰ ਮੈਂ ਇਸ ਗੱਲ ਦੀ ਵਧਾਈ ਦੇਣਾ ਕਿ ਉਹ ਡਰਾਈਵਰ ਜਿਹੜਾ ਸੀ ਕਿ ਮੇਰਾ ਦਿਲ ਵਧਾਉਂਦਾ ਸੀ, ਤੇ ਉਹਨੇ ਇੰਜਨ ਨੂੰ ਰੇਸ ਦੇਈ ਜਾਣੀ ਤੇ ਨਾਲ ਨਾਲ ਮੈਂ ਵੀ ਦੌੜੀ ਜਾਣਾ ਇੰਜਨ ਨੂੰ। ਮਿਲਖਾ ਸਿੰਘ ਜੀ ਆਪਣੀ ਜ਼ੁਬਾਨੀ ਸਾਨੂੰ ਆਪਣੇ ਜੀਵਨ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਬਾਰੇ ਜਾਣਕਾਰੀ ਦੇ ਰਹੇ ਸਨ। ਸ਼ਰਧਾਂਜਲੀ ਦਿੰਦੇ ਹੋਏ ਆਕਾਸ਼ਵਾਣੀ ਪਰਿਵਾਰ ਪ੍ਰੋਗਰਾਮ ਵਾਸਤੇ ਬੜੀ ਅੱਗੇ ਵਧੇਗਾ। ਸਾਡੇ ਨਾਲ ਇਸ ਵੇਲੇ ਲਾਈਨ ਤੇ ਮੌਜੂਦ ਨੇ ਰਿਸ਼ੀ ਭਾਰਦਵਾਜ ਜੀ, ਜਿਹੜੇ ਕਿ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਨੇ। ਰਿਸ਼ੀ ਭਾਰਦਵਾਜ ਜੀ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ ਯੂ ਵੈਰੀ ਮਚ ਮੈਡਮ, ਤੁਸੀਂ ਮੈਨੂੰ ਅੱਜ ਇੱਥੇ ਸੱਦਾ ਦਿੱਤਾ ਔਰ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਜਿਹੜਾ ਤੁਸੀਂ ਅੱਜ ਅਸੀਂ ਉਪਰਾਲਾ ਕੀਤਾ, ਔਰ ਮੈਂ ਉਹਦੇ ਲਈ ਬਹੁਤ ਥੈਂਕਫੁਲ ਹਾਂ ਤੁਹਾਡਾ। ਔਰ ਮੈਂ ਉਮੀਦ ਕਰਦਾ ਕਿ ਜਿਹੜੀ ਸਾਡੀ ਅੱਜ ਡਿਸਕਸ਼ਨ ਹੋਏਗੀ ਇਹ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਵਾਸਤੇ ਬਹੁਤ ਹੀ ਲਾਭਦਾਇਕ ਹੋਏਗੀ ਔਰ ਉਹਨਾਂ ਨੂੰ ਬਹੁਤ ਕੁਝ ਜਾਣਨ ਦਾ ਮੌਕਾ ਮਿਲੇਗਾ। ਬਿਲਕੁਲ। ਔਰਤਾਂ ਦੇ ਖਿਲਾਫ ਅਪਰਾਧ, ਇਸ ਬਾਰੇ ਬਹੁਤ ਸਾਰੇ ਕਾਨੂੰਨ ਬਣਾਏ ਗਏ ਨੇ ਜਿਨ੍ਹਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓਗੇ। ਕਿਹੜੇ ਅਪਰਾਧ ਜਿਹੜੇ ਨੇ ਜਿਹਦੇ ਵਿੱਚ ਸੈਕਸੁਅਲ ਹਰਾਸਮੈਂਟ ਹੈ ਜਾਂ ਤੁਹਾਨੂੰ ਕੋਈ ਤੰਗ ਕਰਦਾ ਹੈ, ਉਹਦੇ ਬਾਰੇ ਕੋਈ ਕਾਨੂੰਨ, ਉਸ ਬਾਰੇ ਤੁਸੀਂ ਸਾਨੂੰ ਕੀ ਜਾਣਕਾਰੀ ਦਿਓਗੇ? ਕਿਸ ਤਰ੍ਹਾਂ ਦੇ ਅਪਰਾਧ ਨੇ ਔਰ ਉਹਨਾਂ ਨੂੰ ਦੂਰ ਕਰਨ ਲਈ ਕਾਨੂੰਨ ਕਿਹੜੇ ਬਣਾਏ ਗਏ ਨੇ? ਮੈਡਮ, ਜਿਹੜਾ ਸਾਡਾ ਅੱਜ ਦਾ ਵਿਸ਼ਾ, ਇਹਦੇ ਵਿੱਚ ਮੈਂ ਥੋੜੀ ਜਿਹੀ ਦੀ ਭੂਮਿਕਾ ਭਰਨਾ ਚਾਹੁੰਦਾ ਕਿ ਜਦੋਂ ਅਸੀਂ ਕਾਨੂੰਨ ਦੇ ਵਿੱਚ ਔਰਤਾਂ ਦੇ ਖਿਲਾਫ ਅਪਰਾਧ ਦੀ ਗੱਲ ਕਰਦੇ ਹਾਂ ਤੇ ਕਾਨੂੰਨ ਉਸ ਨੂੰ ਕਿਸ ਹਿਸਾਬ ਨਾਲ ਦੇਖਦਾ ਹੈ, ਉਹ ਕਿਸ ਹਿਸਾਬ ਨਾਲ ਉਹਨੂੰ ਪਰਿਭਾਸ਼ਿਤ ਕਰਦਾ ਜੀ। ਕਿਉਂਕਿ ਅਪਰਾਧ ਤਾਂ ਜਿਹੜੇ ਨੇ ਕਿ ਉਹ ਤਾਂ ਹਿਊਮਨ ਬੀਇੰਗ ਦੇ ਖਿਲਾਫ ਹੁੰਦੇ ਨੇ, ਬਟ ਕੁਝ ਐਸੇ ਅਪਰਾਧ ਹੈਗੇ ਨੇ ਜਿਹੜੇ ਕਿ ਸਿਰਫ ਫੀਮੇਲ ਦੇ ਖਿਲਾਫ ਇਸ ਕਰਕੇ ਹੁੰਦੇ ਨੇ ਕਿਉਂਕਿ ਉਹ ਫੀਮੇਲ ਜੈਂਡਰ ਨਾਲ ਸੰਬੰਧ ਰੱਖਦੀ ਹੈ। ਤੇ ਉਹ ਜਿਹੜੇ ਅਫੈਂਸਿਸ ਜਿਹੜੇ ਸਪੈਸੀਫਿਕ ਹੈਗੇ ਨੇ ਫੀਮੇਲ ਜੈਂਡਰ ਦੇ ਨਾਲ, ਔਰ ਜਿਹੜੇ ਕਿ ਉਹਨੂੰ ਜਿਹੜੇ ਅਪਰਾਧ ਹੈਗੇ ਨੇ ਉਹਨਾਂ ਅਪਰਾਧਾਂ ਨੂੰ ਅਸੀਂ ਜਿਹੜੇ ਕਿ ਕ੍ਰਾਈਮ ਅਗੇਂਸਟ ਵਿਮਨ ਦੀ ਜਿਹੜੀ ਕਿ ਡੈਫੀਨੇਸ਼ਨ ਦੇ ਵਿੱਚ ਅਸੀਂ ਇੰਕਲੂਡ ਕਰਦੇ ਹਾਂ। ਔਰ ਜਦੋਂ ਅਸੀਂ ਇਹਦੀ ਬ੍ਰੌਡਲੀ ਅਗਰ ਇਹਦੀ ਗੱਲ ਕਰੀਏ ਤੇ ਸਾਡੇ ਇੱਥੇ ਇੰਡੀਅਨ ਪੀਨਲ ਕੋਡ ਹੈ, ਉਹਦੇ ਵਿੱਚ ਵੀ ਜਿਹੜੇ ਹੈਗੇ ਨੇ ਕਾਫੀ ਤਰੀਕੇ ਦੇ ਅਫੈਂਸਿਸ ਜਿਹੜੇ ਹੈਗੇ ਨੇ, ਸਿਰਫ ਜਿਹੜੇ ਸਪੈਸੀਫਿਕਲੀ ਜਿਹੜੇ ਕ੍ਰਾਈਮ ਅਗੇਂਸਟ ਵਿਮਨ ਦੇ ਨਾਲ ਡੀਲ ਕਰਦੇ ਨੇ ਉਹਨਾਂ ਦੀ ਇੱਕ ਪੁੱਲ ਜਿਹੜੀ ਕਿ ਲਿਸਟ ਹੈਗੀ ਹੈ, ਜਿਹਦੇ ਵਿੱਚ ਅਸੀਂ ਆਮ ਤੌਰ ਤੇ ਕਹਿੰਦੇ ਕਿ ਜਿਹੜੇ ਕਿ ਇੱਕ ਤਾਂ ਅਫੈਂਸਿਸ ਆਫ ਰੇਪ ਜਿਹੜੇ ਹੈਗੇ ਨੇ ਬਹੁਤ ਕਾਮਨਲੀ ਜਿਹੜਾ ਕਿ ਅਸੀਂ ਸੁਣਦੇ ਹਾਂ, ਉਹ ਜਿਹੜਾ ਕ੍ਰਾਈਮ ਅਗੇਂਸਟ ਵਿਮਨ ਦੀ ਡੈਫੀਨੇਸ਼ਨ ਦੇ ਵਿੱਚ ਆਉਂਦਾ। ਉਸ ਤੋਂ ਬਾਅਦ ਫਿਰ ਜਿਹੜੇ ਹੈਗੇ ਨੇ ਕਿ ਅਸੌਲਟ ਵਿਦ ਇੰਟੈਂਟ ਟੂ ਆਊਟਰੇਜ ਹਰ ਮੋਡੈਸਟੀ, ਮਤਲਬ ਕਿਸੇ ਲੇਡੀ ਦੀ ਲੱਜਾ ਭੰਗ ਕਰਨ ਵਾਸਤੇ ਅਗਰ ਕੋਈ ਕਿਸੇ ਦੇ ਉਹ ਲੇਡੀ ਦੇ ਖਿਲਾਫ ਅਪਰਾਧ ਕਰਦਾ, ਉਹਦੀ ਇੱਕ ਅਲੱਗ ਸ਼੍ਰੇਣੀ ਹੈਗੀ ਹੈ। ਉਸ ਤੋਂ ਬਾਅਦ ਫਿਰ ਜਿਹੜੇ ਕਿਡਨੈਪਿੰਗ ਤੇ ਅਬਡਕਸ਼ਨ ਹੈਗੀ ਹੈ ਲੇਡੀਜ਼ ਦੀ, ਕੋਈ ਮੈਰਿਜ ਪਰਪਸ ਵਾਸਤੇ ਜਾਂ ਕੰਸੀਲਮੈਂਟ ਵਾਸਤੇ, ਮਰਡਰ ਵਾਸਤੇ, ਉਹ ਵੀ ਜਿਹੜੀਆਂ ਸਾਰੀਆਂ ਜਿਹੜੀਆਂ ਕਿ ਕ੍ਰਾਈਮ ਅਗੇਂਸਟ ਵਿਮਨ ਦੀ ਜਿਹੜੀ ਕਿ ਡੈਫੀਨੇਸ਼ਨ ਦੇ ਵਿੱਚ ਆਉਂਦੀਆਂ ਨੇ। ਉਸ ਤੋਂ ਬਾਅਦ ਜਿਹੜੇ ਹੈਗੇ ਨੇ ਡੋਰੀ ਨਾਲ ਰਿਲੇਟਡ ਜਿਹੜੀਆਂ ਹਰਾਸਮੈਂਟ ਦੇ ਜਿਹੜੇ ਹੈਗੀਆਂ ਨੇ ਅਫੈਂਸਿਸ, ਉਹ ਵੀ ਜਿਹੜੀਆਂ ਹੈਗੀਆਂ ਉਹ ਵੀ ਕ੍ਰਾਈਮ ਅਗੇਂਸਟ ਵਿਮਨ ਦੀ ਡੈਫੀਨੇਸ਼ਨ 'ਚ ਆਉਂਦੀ ਹੈ। ਫਿਰ ਇਨਡੀਸੈਂਟ ਕੋਈ ਸ਼ਬਦ ਬੋਲਣੇ ਕਿਸੇ ਲੇਡੀ ਨੂੰ ਜਾਂ ਉਹਨਾਂ ਦੇ ਖਿਲਾਫ ਕੋਈ ਗਲਤ ਗੱਲ ਕਹਿਣੀ, ਉਹ ਵੀ ਜਿਹੜੇ ਕਿ ਅਲੱਗ ਇੱਕ ਸ਼੍ਰੇਣੀ ਜਿਹੜੀ ਹੈ ਕਿ ਉਹ ਕ੍ਰਾਈਮ ਅਗੇਂਸਟ ਵਿਮਨ ਦੀ ਹੈਗੀ ਹੈ। ਉਸ ਤੋਂ ਇਲਾਵਾ ਜਿਹੜੀ ਅਸੀਂ ਗੱਲ ਕਰੀਏ ਕਿ ਇੱਕ ਨਵਾਂ ਇੱਕ ਐਕਟ ਜਿਹੜਾ ਕਿ ਹੋਰ ਆਇਆ ਸੀਗਾ ਪਿਛਲੇ ਕੁਝ ਸਾਲਾਂ ਦੇ ਵਿੱਚ, ਉਹ ਸੀਗਾ ਕਿ ਪ੍ਰੀਵੈਂਸ਼ਨ ਆਫ ਚਾਈਲਡ ਫਰੋਮ ਸੈਕਸ਼ੂਅਲ ਅਫੈਂਸਿਸ ਐਕਟ। ਨੋ ਡਾਊਟ ਇਹ ਜਿਹੜਾ ਐਕਟ ਹੈਗਾ, ਇਹ ਜਿਹੜਾ ਕਿ ਜੈਂਡਰ ਨਿਊਟਰਲ ਐਕਟ ਹੈਗਾ ਕਿ ਇਹ ਦੋਨੋਂ ਜਿਹੜਾ ਕਿ ਲੜਕੇ ਲੜਕੀਆਂ ਦੋਨੋਂ ਨਾਲ ਡੀਲ ਕਰਦਾ, ਪਰ ਪ੍ਰਾਈਮਰੀਲੀ ਇਹ ਐਕਟ ਦੀ ਜਿਹੜੀ ਫਾਰਮੇਸ਼ਨ ਕੀਤੀ ਗਈ ਸੀ ਉਹ ਇਸ ਕਰਕੇ ਕੀਤੀ ਗਈ ਸੀ ਕਿ ਜਿਹੜੀਆਂ ਸਾਡੀਆਂ ਮਾਈਨਰ ਲੜਕੀਆਂ ਹੈਗੀਆਂ ਨੇ, 18 ਸਾਲ ਤੋਂ ਘੱਟ ਦੀਆਂ ਲੜਕੀਆਂ, ਉਹਨਾਂ ਦੇ ਖਿਲਾਫ ਜਿਹੜੇ ਕਿ ਸੈਕਸ਼ੂਅਲ ਅਫੈਂਸਿਸ ਦੇ ਜਿਹੜੇ ਕੇਸਿਸ ਹੈਗੇ ਨੇ ਉਹਨਾਂ ਨੂੰ ਬਹੁਤ ਹੀ ਸਖਤਾਈ ਦੇ ਨਾਲ ਜਿਹੜਾ ਕਿ ਵੀ ਉਹ ਦੋਸ਼ੀ ਦੇ ਖਿਲਾਫ ਚਲਾਇਆ ਜਾਵੇ ਔਰ ਉਹਦੇ ਵਿੱਚ ਸਖਤ ਜਿਹੜੀ ਹੈ ਕਿ ਵੀ ਉਹਦੇ ਵਿੱਚ ਸਜ਼ਾ ਦੇ ਜਿਹੜੇ ਪ੍ਰਾਵਧਾਨ ਕੀਤੇ ਗਏ ਤਾਂ ਕਿ ਸਖਤ ਸਜ਼ਾ ਦੀ ਜਿਹੜੀ ਕਿ ਉਹ ਜਿਹੜੇ ਕਿ ਦੋਸ਼ੀ ਨੂੰ ਦਿੱਤੀ ਜਾਵੇ।
ਇਸ ਤੋਂ ਇਲਾਵਾ ਇੱਕ 2013 ਦੇ ਵਿੱਚ ਇੱਕ ਬਹੁਤ ਹੀ ਅੱਛੀ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਹੋਰ ਲੈਜਿਸਲੇਸ਼ਨ ਜਿਹੜੀ ਸਰਕਾਰ ਵੱਲੋਂ ਲਿਆਈ ਗਈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿੱਦਾਂ ਜਿੱਦਾਂ ਸਮਾਜ ਦਾ ਵਿਕਾਸ ਹੋ ਰਿਹਾ ਔਰ ਜਿਹੜੀਆਂ ਲੇਡੀਜ਼ ਵੀ ਹੈਗੀਆਂ ਨੇ ਇਹ ਵੀ ਜਿਹੜੀਆਂ ਕਿ ਹਰ ਖਿੱਤੇ ਦੇ ਵਿੱਚ ਆਪਣਾ ਪੂਰਾ ਯੋਗਦਾਨ ਦੇ ਰਹੀਆਂ ਨੇ, ਭਾਵੇਂ ਉਹ ਕੋਈ ਆਰਗੇਨਾਈਜੇਸ਼ਨ ਹੋਏ, ਫੈਕਟਰੀ ਹੋਏ ਜਾਂ ਕੋਈ ਹੋਰ ਵੀ ਸੰਸਥਾਨ ਹਨ, ਸਰਕਾਰੀ ਨੌਕਰੀਆਂ ਹੋਣ, ਔਰ ਜਿਹੜੀਆਂ ਲੇਡੀਜ਼ ਦੀਆਂ ਡੇ ਬਾਏ ਡੇ ਜਿਹੜੀ ਸ਼ਮੂਲੀਅਤ ਹੈਗੀ ਇਹਨਾਂ 'ਚ ਵੱਧ ਰਹੀ ਹੈ। ਔਰ ਇਹ ਗੱਲ ਫੀਲ ਕੀਤੀ ਗਈ ਕਿ ਆਰਟੀਕਲ 21 ਜਿਹੜਾ ਹੈਗਾ ਕਨਸਟੀਟਿਊਸ਼ਨ ਆਫ ਇੰਡੀਆ ਦਾ, ਇਹ ਸਾਰਿਆਂ ਨੂੰ ਜਿਹੜਾ ਹੈ ਕਿ ਇਕੁਐਲਿਟੀ ਦਾ ਜਿਹੜੀ ਗੱਲ ਕਰਦਾ ਕਿ ਸਾਰਿਆਂ ਵਾਸਤੇ ਇਕੁਅਲ ਓਪਰਚੁਨਿਟੀਜ਼ ਹੋਣ, ਔਰ ਇਸ ਚੀਜ਼ ਨੂੰ ਯਕੀਨੀ ਬਣਾਉਣ ਵਾਸਤੇ ਕਿ ਕਿੱਥੇ ਨਾ ਕੋਈ ਫੀਮੇਲ ਜੈਂਡਰ ਜਿਹੜੀ ਹੈਗੀ ਜੈਂਡਰ ਆਪਣਾ ਫੀਮੇਲ ਹੋਣ ਕਾਰਨ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਵੀ ਵਧੀਕੀ ਜਿਹੜੀ ਹੈ ਜੌਬ ਦੇ ਦੌਰਾਨ ਜਾਂ ਕਿਸੇ ਡੋਮੈਸਟਿਕ ਵਰਕ ਦੇ ਦੌਰਾਨ ਨਾ ਹੋਏ, ਉਸ ਨੂੰ ਪ੍ਰੋਟੈਕਟ ਕਰਨ ਵਾਸਤੇ ਵੀ ਜਿਹੜਾ ਕਿ ਇੱਕ ਸੈਕਸ਼ੂਅਲ ਹਰਾਸਮੈਂਟ ਆਫ ਔਮਨ ਐਟ ਵਰਕ ਪਲੇਸਿਸ ਪ੍ਰੀਵੈਂਸ਼ਨ ਐਂਡ ਪ੍ਰੋਹਿਬਿਸ਼ਨ ਐਂਡ ਰਿਡਰੈਸਲ ਐਕਟ 2013 ਜਿਹੜਾ ਕਿ ਇੱਕ ਸਰਕਾਰ ਵੱਲੋਂ ਬਣਾਇਆ ਗਿਆ ਸੀਗਾ। ਇਹ 22 ਅਪ੍ਰੈਲ 2013 ਨੂੰ ਜਿਹੜਾ ਕਿ ਐਕਟ ਇਨਫੋਰਸ ਹੋਇਆ, ਔਰ ਇਸ ਐਕਟ ਦੇ ਵਿੱਚ ਬਹੁਤ ਹੀ ਜਿਹੜਾ ਕਿ ਡਿਟੇਲ ਦੇ ਵਿੱਚ ਜਿਹੜੀਆਂ ਕਿ ਇਹਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਜਿਹੜੀਆਂ ਬਣਾਈਆਂ ਗਈਆਂ, ਕ੍ਰੀਏਟ ਕੀਤੀਆਂ ਗਈਆਂ ਟੂ ਪ੍ਰੋਟੈਕਟ ਦੀ ਅਸੀਂ ਕਹੀਏ ਕਿ ਵੀ ਜਿਹੜੀ ਲੇਡੀਜ਼ ਦੀ ਜਿਹੜੀ ਡਿਗਨਿਟੀ ਨੂੰ ਉਹਨਾਂ ਦੇ ਵਰਕ ਪਲੇਸ ਦੇ ਉੱਤੇ ਪ੍ਰੋਟੈਕਟ ਕਰਨ ਵਾਸਤੇ, ਔਰ ਉਹਨਾਂ ਨੂੰ ਜਿਹੜਾ ਕਿ ਫਰਦਰ ਜਿਹੜੀ ਕਿ ਹੋਰ ਪ੍ਰੋਟੈਕਸ਼ਨ ਦੇਣ ਵਾਸਤੇ ਜਿਹੜੀ ਕਿ ਡਿਟੇਲਡ ਜਿਹੜੀਆਂ ਕਿ ਪ੍ਰੋਵੀਜ਼ਨਸ ਜਿਹੜੀਆਂ ਕਿ ਉਹ ਐਡ ਕੀਤੀਆਂ ਗਈਆਂ। ਮਸਲਨ ਦੇ ਤੌਰ ਤੇ ਜਿੱਦਾਂ ਮੈਂ ਮਿਸਾਲ ਦੇਵਾਂ ਕਿ ਇਸ ਐਕਟ ਦੇ ਵਿੱਚ ਹੁਣ ਕੰਪਲਸਰੀ ਕਰਤਾ ਹੈ ਕਿ ਵੀ ਕੋਈ ਵੀ ਇੰਪਲੋਇਰ ਹੈਗਾ, ਭਾਵੇਂ ਉਹ ਸਰਕਾਰੀ ਡਿਪਾਰਟਮੈਂਟ ਹੈ, ਪ੍ਰਾਈਵੇਟ ਜਾਂ ਕੋਈ ਆਫਿਸ ਹੈ ਜਾਂ ਆਰਗੇਨਾਈਜੇਸ਼ਨ ਹੈ, ਹਸਪੀਟਲਸ ਨੇ, ਕਿੱਥੇ ਵੀ ਹੈਗੇ ਨੇ, ਉੱਥੇ ਜਿਹੜਾ ਹੈਗਾ ਕਿ ਵੀ ਇਸ ਐਕਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਟਰਨਲ ਕੰਪਲੇਂਟ ਕਮੇਟੀ ਜਿਹੜੀ ਹੈ ਕਿ ਹਰ ਇੰਪਲੋਇਰ ਨੂੰ ਬਣਾਉਣੀ ਜ਼ਰੂਰੀ ਹੈ। ਔਰ ਇੰਟਰਨਲ ਕੰਪਲੇਂਟ ਕਮੇਟੀ ਦਾ ਜਿਹੜਾ ਕੰਮ ਹੋਏਗਾ ਉਹ ਹੈਗਾ ਕਿ ਅਗਰ ਵਰਕ ਪਲੇਸ ਦੇ ਉੱਤੇ ਕਿਸੇ ਵੀ ਲੇਡੀ ਨੂੰ ਜਾਂ ਕਿਸੇ ਵੀ ਵੂਮਨ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਸੈਕਸ਼ੂਅਲ ਹਰਾਸਮੈਂਟ ਅਗਰ ਫੇਸ ਮਤਲਬ ਉਹ ਕਰ ਰਹੀ ਹੈ, ਜਾਂ ਉਸਨੂੰ ਕੋਈ ਐਸੀ ਕੰਪਲੇਂਟ ਹੈ ਕਿ ਕੋਈ ਉਹਦਾ ਇੰਪਲੋਇਰ ਜਾਂ ਉਹਦਾ ਕੋ ਇੰਪਲੋਈ ਉਸ ਨੂੰ ਕੋਈ ਸੈਕਸ਼ੂਅਲ ਜਿਹੜਾ ਕਿ ਹਰਾਸਮੈਂਟ ਕਰ ਰਿਹਾ ਜਾਂ ਕੋਈ ਉਹਨੂੰ ਸੈਕਸ਼ੂਅਲੀ ਜਿਹੜਾ ਕਿ ਵੀ ਉਹਨਾਂ ਨੂੰ ਜਿਹੜਾ ਕਿ ਵੀ ਉਹ ਕੰਫਰਟੇਬਲ ਨਹੀਂ ਆਪਣਾ ਫੀਲ ਕਰ ਰਹੀਆਂ, ਤੇ ਉਹ ਜਿਹੜਾ ਹੈਗੀਆਂ ਨੇ ਕਿ ਵਿਮਨਸ ਜਿਹੜੀਆਂ ਨੇ ਉਹ ਜਿਹੜੀ ਇੰਟਰਨਲ ਕਮੇਟੀ ਨੂੰ ਜਿਹੜਾ ਕਿ ਉਹ ਆਪਣੀ ਕੰਪਲੇਂਟ ਦੇ ਸਕਦੀਆਂ ਨੇ। ਔਰ ਇਹਦੇ ਨਾਲ ਨਾਲ ਜਿਹੜਾ ਕਿ ਵੀ ਐਕਟ ਦਾ ਤੁਸੀਂ ਦੇਖ ਲਓ ਕਿੰਨਾ ਵਾਈਡ ਐਕਟ ਹੈਗਾ। ਇਹਦੇ ਵਿੱਚ ਜਿਹੜਾ ਹੈ ਕਿ ਵੀ ਨੋ ਡਾਊਟ ਜਿਹੜੀ ਵਰਕਿੰਗ ਲੇਡੀਜ਼ ਆਫਿਸਿਸ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਦੀ ਵੀ ਪ੍ਰੋਟੈਕਸ਼ਨ ਦਾ ਪੂਰਾ ਇਸ ਦੇ ਵਿੱਚ ਜਿਹੜੀ ਹੈ ਪ੍ਰੋਵੀਜ਼ਨ ਕ੍ਰੀਏਟ ਕੀਤੀ ਗਈ। ਇਸ ਤੋਂ ਇਲਾਵਾ ਜਿਹੜੀਆਂ ਸਾਡੇ ਘਰ ਦੇ ਵਿੱਚ ਜਿਹੜੀਆਂ ਕੋਈ ਲੇਡੀਜ਼ ਜਿਹੜੀਆਂ ਕਿ ਕੰਮ ਕਰਦੀਆਂ, ਡੋਮੈਸਟਿਕ ਹੈਲਪ ਦਾ ਕੰਮ ਕਰਦੀਆਂ ਨੇ, ਉਹਨਾਂ ਦੀ ਵੀ ਪ੍ਰੋਟੈਕਸ਼ਨ ਵਾਸਤੇ ਕਿ ਉਹਨਾਂ ਨੂੰ ਵੀ ਘਰ ਦੇ ਵਿੱਚ ਜਦੋਂ ਉਹ ਕਿਸੇ ਦੇ ਕੰਮ ਕਰਨ ਜਾਂਦੀਆਂ ਉੱਥੇ ਵੀ ਕਿਸੇ ਵੀ ਤਰੀਕੇ ਦੀ ਕੋਈ ਸੈਕਸ਼ੂਅਲ ਐਡਵਾਂਸਮੈਂਟ ਉਹਨਾਂ ਦੇ ਖਿਲਾਫ ਕੋਈ ਕਰਦਾ ਜਾਂ ਕੋਈ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕਰਦਾ ਜਾਂ ਉਹਨਾਂ ਨੂੰ ਕੋਈ ਸੈਕਸ਼ੂਅਲੀ ਹਰਾਸ ਕਰਦਾ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਵੀ ਇਸ ਐਕਟ ਦੇ ਵਿੱਚ ਜਿਹੜਾ ਕਿ ਪੂਰਾ ਜਿਹੜਾ ਕਿ ਵੀ ਇੱਕ ਉਹ ਪੂਰੀ ਪ੍ਰੋਵੀਜ਼ਨਸ ਜਿਹੜੀਆਂ ਕਿ ਬਣਾਈਆਂ ਗਈਆਂ। ਔਰ ਉਹ ਲੇਡੀਜ਼ ਵੀ ਜਿਹੜੀਆਂ ਹੈਗੀਆਂ ਅਗਰ ਉਹਨਾਂ ਨੂੰ ਕੋਈ ਆਪਣੇ ਵਰਕ ਪਲੇਸ ਦੇ ਉੱਤੇ ਘਰ ਦੇ ਵਿੱਚ ਜਿੱਥੇ ਉਹ ਡੋਮੈਸਟਿਕ ਹੈਲਪ ਕਰ ਰਹੀਆਂ ਨੇ ਉੱਥੇ ਕਿਸੇ ਵੀ ਤਰੀਕੇ ਦੀ ਐਸੀ ਸੈਕਸ਼ੂਅਲ ਹਰਾਸਮੈਂਟ ਦੀ ਅਗਰ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇੱਕ ਲੋਕਲ ਕਮੇਟੀਜ਼ ਬਣੀਆਂ ਨੇ, ਹਰ ਜ਼ਿਲ੍ਹੇ ਦੇ ਵਿੱਚ ਲੋਕਲ ਕਮੇਟੀਆਂ ਬਣਾਈਆਂ, ਉੱਥੇ ਜਾ ਕੇ ਵੀ ਉਹ ਜਿਹੜਾ ਕਿ ਇਸ ਨੂੰ ਆਪਣੀ ਜਿਹੜੀ ਕਿ ਕੰਪਲੇਂਟ ਕਰਕੇ ਆਪਣਾ ਰਿਡਰੈਸਲ ਜਿਹੜੀਆਂ ਕਿ ਉਹ ਲੈ ਸਕਦੀਆਂ ਨੇ। ਪਰ ਬੜੀ ਜ਼ਰੂਰੀ ਗੱਲ ਜਿਹੜੀ ਇਸ ਦੇ ਵਿੱਚ ਹੈਗੀ ਹੈ ਜਿਹੜੀ ਮੈਂ ਐਡ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਇੱਕ ਹੈਗਾ ਕਿ ਵੀ ਜਿਹੜੀ ਕੰਪਲੇਂਟ ਹੈਗੀ ਹੈ ਉਹ ਜਿਹੜੀ ਹੈਗੀ ਇਨ ਰਾਈਟਿੰਗ ਦੇਣੀ ਜ਼ਰੂਰੀ ਹੈ। ਔਰ ਐਕਟ ਦੇ ਵਿੱਚ ਇਹ ਵੀ ਲਿਖਿਆ ਕਿ ਕਈ ਵਾਰੀ ਐਸਾ ਹੁੰਦਾ ਕਿਉਂਕਿ ਡੋਮੈਸਟਿਕ ਜਿਹੜੀਆਂ ਹੈਲਪ ਦੀਆਂ ਜਿਹੜੀਆਂ ਹੈਲਪਰਸ ਹੁੰਦੀਆਂ ਲੜਕੀਆਂ ਜਾਂ ਅਸੀਂ ਕਹਿ ਲਈਏ ਵਿਮਨਸ ਹੁੰਦੀਆਂ ਨੇ, ਕਈ ਵਾਰੀ ਬਹੁਤੀ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਕੰਪਲੇਂਟ ਲਿਖਣ 'ਚ ਜਾਂ ਡਰਾਫਟ ਕਰਨ 'ਚ ਕਈ ਵਾਰੀ ਪ੍ਰੋਬਲਮ ਆਉਂਦੀ ਹੈ। ਤੇ ਐਕਟ ਦੇ ਵਿੱਚ ਲਿਖਿਆ ਕਿ ਜਿਹੜੀ ਐਸੇ ਲੋਕਲ ਕਮੇਟੀ ਹੋਏਗੀ ਜਾਂ ਇੰਟਰਨਲ ਜਿਹੜੀ ਕਮੇਟੀ ਹੋਏਗੀ ਉਹਦੇ ਵਿੱਚ ਜਿਹੜੇ ਪ੍ਰੀਜ਼ਾਈਡਿੰਗ ਆਫੀਸਰ ਹੋਣਗੇ ਉਹ ਉਸ ਲੜਕੀ ਨੂੰ ਅਸਿਸਟ ਕਰਨਗੇ ਕਿ ਉਹਦੀ ਕੰਪਲੇਂਟ ਜਿਹੜੀ ਕਿ ਡਰਾਫਟ ਕਰੇ ਔਰ ਉਹਦੀ ਕੰਪਲੇਂਟ ਤਿਆਰ ਕਰਕੇ ਜਿਹੜੀ ਕਿ ਸੰਬੰਧਿਤ ਜਿਹੜੀ ਕਮੇਟੀ ਦੇ ਕੋਲ ਉਹ ਕੰਪਲੇਂਟ ਦੇਣਗੇ। ਪਰ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਸਾਡਾ ਪ੍ਰੋਗਰਾਮ ਦਾ ਮੰਤਵ ਵੀ ਹੈਗਾ ਕਿ ਅਸੀਂ ਅਵੇਅਰਨੈਸ ਜਿਹੜੀ ਕਿ ਲੋਕਾਂ ਦੇ ਵਿੱਚ ਆਏ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਬੜੀ ਜ਼ਰੂਰੀ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ ਕਿ ਅਗਰ ਕੋਈ ਵੀ ਐਸੀ ਅਗਰ ਕੰਪਲੇਂਟ ਤੁਸੀਂ ਇੰਟਰਨਲ ਕਮੇਟੀ ਨੂੰ ਕਰਨੀ ਜਾਂ ਲੋਕਲ ਕਮੇਟੀ ਨੂੰ ਕਰਨੀ ਹੈ, ਇਹ ਜਿਹੜੀ ਕੰਪਲੇਂਟ ਹੈਗੀ ਹੈ 3 ਮਹੀਨੇ ਜਦੋਂ ਇੰਸੀਡੈਂਟ ਹੋਇਆ ਉਸਦੇ 3 ਮਹੀਨੇ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਹੈ। ਫਿਰ ਹੀ ਜਿਹੜਾ ਕਿ ਤੁਹਾਨੂੰ ਜਿਹੜਾ ਕਿ ਪ੍ਰੋਪਰ ਜਿਹੜਾ ਕਿ ਐਕਟ ਜਿਹੜੀ ਤੁਹਾਡਾ ਪ੍ਰੋਟੈਕਸ਼ਨ ਵਾਸਤੇ ਹੈਗਾ ਔਰ ਜਿਹੜੇ ਤੁਹਾਡੇ ਜਿਹੜੇ ਰਾਈਟਸ ਹੈਗੇ ਨੇ ਉਹ ਜਿਹੜੇ ਕਿ ਪ੍ਰੋਪਰਲੀ ਜਿਹੜੇ ਕਿ ਉਹ ਪ੍ਰੋਟੈਕਟ ਹੋਣਗੇ। ਜੀ ਰਿਸ਼ੀ ਭਾਰਦਵਾਜ ਜੀ, ਜਦੋਂ ਸੈਕਸੁਅਲ ਹਰਾਸਮੈਂਟ ਦੀ ਗੱਲ ਆਉਂਦੀ ਹੈ ਤਾਂ ਔਰਤ ਜਿਹੜੀ ਹੈ ਅੱਗੇ ਆਉਣਾ ਪਸੰਦ ਨਹੀਂ ਕਰਦੀ ਜਾਂ ਕਹਿ ਲਈਏ ਕਿ ਸਮਾਜਿਕ ਤੌਰ ਤੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਮਤਲਬ ਹੈ ਐਕਸਪੋਜ਼ ਕਰਨਾ ਠੀਕ ਨਹੀਂ ਸਮਝਦੀ, ਹੈ ਨਾ, ਤੇ ਕਾਨੂੰਨ ਉਹਦੀ ਕਿਸ ਤਰ੍ਹਾਂ ਮਦਦ ਕਰਦਾ ਹੈ? ਤੁਸੀਂ ਬੜਾ ਇੱਕ ਅੱਛਾ ਸਵਾਲ ਪੁੱਛਿਆ ਕਿ ਅਮੂਮਨ ਅਸੀਂ ਦੇਖਦੇ ਹਾਂ ਕਿ ਲੜਕੀਆਂ ਜਿਹੜੀਆਂ ਹੈਗੀਆਂ ਨੇ ਕਈ ਵਾਰੀ ਕਿਉਂਕਿ ਨੇਚਰ ਆਫ ਅਫੈਂਸ ਐਸਾ ਹੈਗਾ ਔਰ ਸਾਡਾ ਜਿਹੜਾ ਸਮਾਜ ਹੈਗਾ ਉਹਦਾ ਤਾਨਾ ਬਾਨਾ ਵੀ ਐਸਾ ਹੈ ਕਿ ਅਗਰ ਕਿਸੇ ਦੇ ਨਾਲ ਕੁਝ ਐਸਾ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਉਹ ਜਿਹੜੇ ਹੈਗੇ ਨੇ ਕਿ ਉਹ ਵਿਕਟਿਮ ਜਿਹੜੀ ਹੈ ਉਹ ਡਰ ਜਾਂਦੀ ਹੈ ਜਾਂ ਉਹਨੂੰ ਕੋਈ ਐਸਾ ਭੈ ਮਨ 'ਚ ਆ ਜਾਂਦਾ ਕਿ ਜੇ ਮੈਂ ਇਸ ਬਾਰੇ ਗੱਲ ਕੀਤੀ ਤੇ ਸਮਾਜ ਦੇ ਵਿੱਚ ਜਿਹੜੀ ਕਿ ਮੇਰੀ ਜਿਹੜੀ ਹੈ ਕਿ ਸਮਾਜ ਮੈਨੂੰ ਕੁਝ ਹੋਰ ਨਜ਼ਰਾਂ ਨਾਲ ਦੇਖੇਗਾ। ਪਰ ਇਸ ਚੀਜ਼ ਨੂੰ ਵੀ ਜਿਹੜਾ ਕਿ ਓਵਰਕਮ ਕਰਨ ਵਾਸਤੇ
ਸਾਡੇ ਆਪਣੇ ਐਕਟਸ ਦੇ ਵਿੱਚ ਵੀ ਹੁਣ ਇਦਾਂ ਦੀ, ਕਿਉਂਕਿ ਨਿਰਭਇਆ ਕਾਂਡ ਤੋਂ ਬਾਅਦ ਇੱਕ ਨਵੀਂ ਜਿਹੜੀ ਮੂਵਮੈਂਟ ਸਟਾਰਟ ਹੋਈ ਸੀ, ਇੱਕ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਫਿਰ ਦੁਬਾਰਾ ਇਸ ਚੀਜ਼ ਨੂੰ ਰੀਵਿਜ਼ਿਟ ਕੀਤਾ ਗਿਆ। ਜਸਟਿਸ ਵਰਮਾ ਕਮੇਟੀ ਵੀ ਬਣੀ ਔਰ ਸਾਰੀ ਰਿਕਮੈਂਡੇਸ਼ਨਸ ਤੋਂ ਬਾਅਦ ਔਰ ਕਈ ਫੈਸਲੇ ਵੀ ਸਾਡੇ ਐਸੇ ਆਏ ਨੇ ਮਾਨਯੋਗ ਸੁਪਰੀਮ ਕੋਰਟ ਦੇ, ਆਪਣੇ ਹਾਈ ਕੋਰਟਸ ਦੇ ਵੀ, ਜਿਹਦੇ ਵਿੱਚ ਉਹਨਾਂ ਨੇ 2-3 ਗੱਲਾਂ ਬੜੀਆਂ ਜ਼ਰੂਰੀ ਕਰਤੀਆਂ। ਪਹਿਲੀ ਗੱਲ ਤਾਂ ਹੈਗੀ ਹੈ ਕਿ ਵਿਕਟਿਮ ਅਗਰ ਕੋਈ ਸੈਕਸ਼ੂਅਲ ਅਫੈਂਸਿਸ ਦੀ ਹੈਗੀ ਆ, ਕੋਈ FIR ਦਰਜ ਹੁੰਦੀ ਹੈ, ਤੇ ਉਹਦਾ ਨਾਮ ਜਿਹੜਾ ਹੈਗਾ ਵੀ ਕਿਸੇ ਵੀ ਤਰੀਕੇ ਦਾ ਡਾਕੂਮੈਂਟ ਦੇ ਵਿੱਚ ਨਹੀਂ ਇਨਕਲੂਡ ਹੋਏਗਾ ਜੀ। ਪਲੱਸ ਅਗਰ ਕੋਈ ਐਸਾ ਕੋਈ ਫੈਸਲਾ ਕੋਰਟ ਵੱਲੋਂ ਆਉਂਦਾ, ਉਹ ਜਿਹੜਾ ਫੈਸਲਾ ਹੈਗਾ, ਜਿਹੜੀ ਅਗਰ ਉਹ ਅਖਬਾਰ ਦੇ ਵਿੱਚ ਜਾਂ ਕਿਸੇ ਨਿਊਜ਼ ਦੇ ਵਿੱਚ ਰਿਪੋਰਟਿੰਗ ਹੁੰਦੀ, ਉਹਦੇ ਵਿੱਚ ਵੀ ਵਿਕਟਿਮ ਦਾ ਨਾਮ ਜਿਹੜਾ ਕਿ ਪ੍ਰੋਡਿਊਸ ਨਹੀਂ ਹੋਏਗਾ। ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਖਬਰ ਲੱਗਦੀ, ਉਹਦੇ ਵਿੱਚ ਵੀ ਉਹਦਾ ਨਾਮ ਡਿਸਕਲੋਜ਼ ਨਹੀਂ ਕੀਤਾ ਜਾਵੇਗਾ। ਔਰ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ, ਉਸ ਤੋਂ ਬਾਅਦ ਅਸੀਂ ਫਿਰ ਕਈ ਵਾਰੀ ਦੇਖਦੇ ਹਾਂ ਕਿ ਕਈ ਵਾਰੀ ਲੇਡੀਜ਼ ਜਿਹੜੀਆਂ ਕਿ ਡਰ ਕੇ, ਸਮਝੋ ਉਹਦੇ ਨਾਲ ਘਟਨਾ ਕਿਸੇ ਇੱਕ ਪਰਟੀਕੂਲਰ ਸਥਾਨ ਦੇ ਉੱਤੇ ਹੁੰਦੀ ਹੈ, ਉਹ ਘਬਰਾ ਕੇ ਕਿਸੇ ਹੋਰ ਜਗ੍ਹਾ ਤੇ ਚਲੇ ਜਾਂਦੇ ਨੇ ਔਰ ਉੱਥੇ ਜਾ ਕੇ ਉਹਨਾਂ ਦਾ ਮਨ ਬਣਦਾ ਕਿ ਅਸੀਂ ਜਿਹੜਾ ਕਿ ਸਾਨੂੰ ਕੰਪਲੇਂਟ ਕਰਨੀ ਚਾਹੀਦੀ ਹੈ। ਇਹਦੇ ਵਿੱਚ ਵੀ ਜਿਹੜਾ ਹੈਗਾ ਕਿ ਮਿਨਿਸਟਰੀ ਆਫ ਹੋਮਸ ਦੀ ਵੀ ਕਈ ਵਾਰੀ ਟਾਈਮ ਸਰ ਇਹਦੀਆਂ ਉਹ ਨੋਟੀਫਿਕੇਸ਼ਨ ਆਉਂਦੀਆਂ ਰਹੀਆਂ ਔਰ ਸਾਡੇ ਫੈਸਲੇ ਵੀ ਸੁਪਰੀਮ ਕੋਰਟ ਦੇ ਆਉਂਦੇ ਰਹੇ ਨੇ। ਉਹਦੇ ਵਿੱਚ ਉਹਨਾਂ ਨੇ ਐਸਾ ਵੀ ਕਰਤਾ ਕਿ 0 FIR ਦਾ ਜਿਹੜਾ ਬੜੀ ਵੱਡੀ ਇੱਕ ਉਹਨਾਂ ਨੇ ਜਿਹੜੀ ਚੀਜ਼ ਜਿਹੜੀ ਹੈ ਕਿ ਇੰਟਰੋਡਿਊਸ ਕਰਤੀ ਹੈ ਸਿਸਟਮ ਦੇ ਵਿੱਚ। ਔਰ ਜਸਟਿਸ ਵਰਮਾ ਕਮੇਟੀ ਜਿਹੜੀ ਨਿਰਭਇਆ ਕਾਂਡ ਤੋਂ ਬਾਅਦ ਬਣੀ ਸੀ, ਉਹਨਾਂ ਦੀ ਵੀ ਇਹ ਰਿਕਮੈਂਡੇਸ਼ਨ ਸੀਗੀ। ਬਹੁਤ ਅੱਛੀ। ਇਹਦੇ ਵਿੱਚ ਹੈਗਾ ਕਿ ਮੰਨ ਲਓ ਤੁਸੀਂ ਅਫੈਂਸ ਜਿਹੜਾ ਕਿ ਇੱਕ ਪਰਟੀਕੂਲਰ ਪਲੇਸ ਤੇ ਹੁੰਦਾ, ਉਸ ਤੋਂ ਬਾਅਦ ਘਬਰਾ ਕੇ ਜਿਹੜੀ ਹੈ ਕਿ ਲੜਕੀ ਕਿਸੇ ਹੋਰ ਪਲੇਸ ਤੇ ਚਲੇ ਜਾਂਦੀ ਹੈ, ਉੱਥੇ ਜਾ ਕੇ ਉਹਦਾ ਮਨ ਬਣਦਾ ਹੈ ਕਿ ਮੈਨੂੰ ਪੁਲਿਸ ਨੂੰ ਰਿਪੋਰਟ ਕਰਨਾ ਚਾਹੀਦਾ, ਤੇ ਉਹ ਉਸੇ ਜਿੱਥੇ ਉਹ ਹੈਗੀ ਉੱਥੇ ਹੀ ਉਹ ਰਿਪੋਰਟ ਕਰੇਗੀ ਆਪਣਾ ਮੈਟਰ, ਉਹ ਉੱਥੇ ਕਰ ਸਕਦੀ, ਉਹਨੂੰ ਉੱਥੇ ਆਉਣ ਦੀ ਜ਼ਰੂਰਤ ਨਹੀਂ ਜਿੱਥੇ ਉਹਦੇ ਨਾਲ ਅਫੈਂਸ ਹੋਇਆ ਸੀਗਾ। ਔਰ ਉੱਥੇ ਦੀ ਪੁਲਿਸ ਦੀ ਡਿਊਟੀ ਹੋਏਗੀ ਕਿ ਉਹਦਾ ਹੀ FIR ਦਰਜ ਕਰਕੇ ਉਸ ਨੂੰ 0 ਨੰਬਰ ਦੇਵੇ FIR ਨੂੰ, ਔਰ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਨੂੰ ਜਿਹੜਾ ਕੰਸਰਨਡ ਜਿੱਥੇ ਉਹਦਾ ਟ੍ਰਾਇਲ ਚੱਲਣਾ ਚਾਹੀਦਾ ਜਾਂ ਜਿੱਥੇ ਇਨਵੈਸਟੀਗੇਸ਼ਨ ਫਾਈਨਲੀ ਜਾ ਕੇ ਕੰਕਲੂਡ ਹੋਣੀ ਚਾਹੀਦੀ ਹੈ, ਉੱਥੇ ਦੀ ਪੁਲਿਸ ਦੀ ਜ਼ਿੰਮੇਵਾਰੀ ਹੋਏਗੀ ਕਿ ਉੱਥੇ ਜਾ ਕੇ ਉਹਨੂੰ ਕਰੇ। ਇਸ ਕਰਕੇ ਕਾਫੀ ਮੇਜਰ ਕੀਤੇ ਗਏ ਨੇ ਜਿਹਦੇ ਨਾਲ ਕਿ ਉਹਦੀ ਆਇਡੈਂਟੀਟੀ ਜਿਹੜੀ ਹੈਗੀ ਹੈ ਕਿ ਉਹ ਪ੍ਰੋਟੈਕਟ ਕੀਤੀ ਜਾ ਸਕੇ ਔਰ ਉਹਦੇ ਜਿਹੜੇ ਹੈਗੇ ਰਾਈਟ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਕਿ ਪ੍ਰੋਟੈਕਟ ਕੀਤੇ ਜਾ ਸਕਣ। ਉਹਨੂੰ ਜਿਹੜੀਆਂ ਕਿ ਲੀਗਲ ਫਾਰਮੈਲਿਟੀਜ਼ ਦੇ ਵਿੱਚੋਂ ਚੀਜ਼ ਨੂੰ ਬਾਹਰ ਕੱਢ ਕੇ ਔਰ ਜਿਹੜੀ ਹੈਗੀ ਲੇਡੀ ਨੂੰ ਇੱਕ ਐਕਸਟਰਾ ਪ੍ਰੋਟੈਕਸ਼ਨ ਜਿਹੜੀ ਕਿ ਪ੍ਰੋਵਾਈਡ ਕਰਨ ਦੀ ਜਿਹੜੀ ਕਿ ਜਿਹੜੀ ਪ੍ਰੋਵੀਜ਼ਨਸ ਜਿਹੜੀਆਂ ਨੇ ਐਕਟ ਦੇ ਵਿੱਚ ਕ੍ਰੀਏਟ ਕੀਤੀਆਂ ਗਈਆਂ ਨੇ। ਜੀ ਰਿਸ਼ੀ ਭਾਰਦਵਾਜ ਜੀ, ਬਹੁਤ ਹੀ ਵਿਸਤਾਰਪੂਰਵਕ ਤੁਸੀਂ ਸਾਨੂੰ ਜਾਣਕਾਰੀ ਦੇ ਰਹੇ ਹੋ ਔਰ ਸਮੇਂ ਦੀ ਮੰਗ ਇਹੀ ਹੈ ਜੀ। ਤੁਸੀਂ ਦੇਖੋ ਰਿਸ਼ੀ ਭਾਰਦਵਾਜ ਜੀ ਕਿ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਕੀ ਇਹ ਪ੍ਰੋਮਿਸ ਬਣ ਜਾਂਦਾ ਹੈ ਜਿਹੜੀ ਹੈ ਸਫਰਰ ਪਾਰਟੀ ਹੈ ਉਹਦੇ ਲਈ ਕਿ ਉਹ ਸ਼ਾਦੀ ਕਰ ਸਕਦਾ ਜਾਂ ਉਸਨੂੰ ਜ਼ਬਰਦਸਤੀ ਕੋਈ ਇਸ ਤਰ੍ਹਾਂ ਦੀ ਕੀਤੀ ਜਾ ਸਕਦੀ ਜਾਂ ਉਸਨੂੰ ਕੋਈ ਕਾਨੂੰਨ ਹੈ ਕਿ ਉਸਨੂੰ ਸੇਫ ਕੀਤਾ ਜਾਏ? ਦੇਖੀਏ ਜਿਹੜੀ ਤੁਸੀਂ ਗੱਲ ਬੜੀ ਅੱਛਾ ਇੱਕ ਇੰਪੋਰਟੈਂਟ ਜਿਹੜਾ ਕਰੰਟ ਜਿਹੜਾ ਇਸ਼ੂ ਜਿਹੜਾ ਹੈਗਾ ਕਿ ਉਹ ਅਸੀਂ ਉਹਦੀ ਗੱਲ ਕਰ ਰਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਸਮਾਜ ਜਿੱਦਾਂ ਸਾਡਾ ਵਿਕਾਸ ਹੋ ਰਿਹਾ, ਲੋਕਾਂ ਦਾ ਜਿਹੜਾ ਕਿ ਥੋੜਾ ਜਿਹਾ ਰਿਲੇਸ਼ਨਸ਼ਿਪਸ ਔਰ ਲਿਵ ਇਨ ਰਿਲੇਸ਼ਨਸ਼ਿਪਸ ਜਿਹੜੇ ਹੈਗੇ ਉਹ ਇੱਕ ਕਨਸੈਪਟ ਨਵਾਂ ਡਿਵੈਲਪ ਹੋ ਗਿਆ, ਤੇ ਉਸ ਦੇ ਵਿੱਚ ਵੀ ਬਹੁਤ ਸਾਰੀ ਦਿੱਕਤ ਆ ਗਈ ਕਿਉਂਕਿ ਉਹਦੇ ਵਿੱਚ ਪ੍ਰੋਮਿਸ ਟੂ ਮੈਰੀ ਦਾ ਕਈ ਵਾਰੀ ਐਲੀਗੇਸ਼ਨਸ ਆਉਂਦੀਆਂ ਸੀਗੀਆਂ ਕਿ ਪ੍ਰੋਮਿਸ ਟੂ ਮੈਰੀ ਜਿਹੜਾ ਹੈਗਾ ਕਿ ਉਹ ਪਹਿਲਾਂ ਮੈਰਿਜ ਦਾ ਪ੍ਰੋਮਿਸ ਕਰ ਲਿਆ, ਫਿਰ ਉਹ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ, ਫਿਰ ਕੁਝ ਸਮੇਂ ਬਾਅਦ ਜਿਹੜਾ ਹੈ ਕਿ ਉਹ ਮੈਰਿਜ ਹੋ ਨਾ ਆਈ ਤੇ ਫਿਰ ਜਿਹੜੀਆਂ ਕਿ ਵਿਕਟਿਮ ਜਾਂ ਲੜਕੀ ਜਿਹੜੀ ਹੈ ਕਿ ਅਗਰੀਬ ਆਪਣੇ ਆਪ ਨੂੰ ਸਮਝ ਕੇ ਤੇ ਉਹ ਕੰਪਲੇਂਟਸ ਕਰਦੀਆਂ ਸੀਗੀਆਂ ਕਿ ਇਹਨਾਂ ਦੇ ਖਿਲਾਫ ਜਿਹੜਾ ਮੇਲ ਜਿਹੜਾ ਬੰਦਾ ਹੈ ਉਹਦੇ ਖਿਲਾਫ ਜਿਹੜੇ 376 ਦਾ ਰੇਪ ਦਾ ਪਰਚਾ ਦਰਜ ਕੀਤਾ ਜਾਵੇ। ਇਹ ਮੈਟਰ ਬਹੁਤ ਜ਼ਿਆਦਾ ਕਈ ਵਾਰੀ ਮੈਟਰ ਪਹੁੰਚਿਆ, ਆਨਰੇਬਲ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਔਰ ਵੇਰੀਅਸ ਹੋਰ ਵੀ ਫੋਰਮਸ ਕੋਲ ਪਹੁੰਚਿਆ, ਪਰ ਹੁਣ ਅਲਟੀਮੇਟਲੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਜਿਹੜਾ ਕਿ ਵੀ ਇਹਨੂੰ ਥੋੜਾ ਸੈਟਲ ਕੀਤਾ ਇਸ ਪੁਆਇੰਟ ਨੂੰ ਕਿ ਅਗਰ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਅਗਰ ਤੁਹਾਡਾ ਕੋਈ ਪ੍ਰੋਮਿਸ ਟੂ ਮੈਰਿਜ ਨੂੰ ਲੈ ਕੇ ਕੋਈ ਤੁਹਾਡੇ ਅਗਰ ਕੋਈ ਸੈਕਸ਼ੂਅਲ ਰਿਲੇਸ਼ਨਸ਼ਿਪ ਅਗਰ ਕੋਈ ਐਸਟੈਬਲਿਸ਼ ਹੋ ਜਾਂਦੇ ਨੇ ਔਰ ਲੇਟਰ ਔਨ ਜਿਹੜੀ ਹੈ ਕਿ ਵੀ ਕਾਫੀ ਟਾਈਮ ਤੋਂ ਬਾਅਦ ਜਿਹੜਾ ਕਿ ਵੀ ਉਹ ਤੁਸੀਂ ਮੈਰਿਜ ਜਿਹੜੀ ਉਹ ਕੰਕਲੂਡ ਨਹੀਂ ਹੋ ਪਾਉਂਦੀ ਉਸ ਚੀਜ਼ ਦੇ ਵਿੱਚ, ਤਾਂ ਫਿਰ ਉਹ ਜਿਹੜਾ ਸੁਪਰੀਮ ਕੋਰਟ ਨੇ ਥੋੜਾ ਜਿਹਾ ਉਹ ਜਿਹੜਾ ਵੀ ਹੁਣ ਜਿੱਦਾਂ ਸਾਡਾ ਸਮਾਜ ਦਾ ਜੈਸੀ ਹੁਣ ਤਾਨਾਬਾਨਾ ਹੈਗਾ ਜਾਂ ਜੈਸਾ ਚੱਲ ਰਹੀ ਐਡਵਾਂਸਮੈਂਟ ਦੇ ਵਿੱਚ, ਉਸ ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਵਿੱਚ ਜਿਹੜਾ ਕਿ ਵੀ ਪ੍ਰੋਮਿਸ ਟੂ ਮੈਰੀ ਜਿਹੜਾ ਅਗਰ ਕਰ ਲਿਆ ਬਾਅਦ ਚ ਵਿਆਹ ਨਹੀਂ ਹੋ ਪਾਇਆ ਔਰ ਉਹਦੀ ਇੰਟੈਂਸ਼ਨਸ ਜਿਹੜੀਆਂ ਸੀਗੀਆਂ ਕਿ ਜਿਹੜਾ ਸੀਗਾ ਵੀ ਅਕਿਊਜ਼ ਆਪਾਂ ਕਹਿ ਲਈਏ ਮੇਲ ਜਿਹੜਾ ਪਾਰਟਨਰ ਸੀਗਾ ਉਹ ਸ਼ੁਰੂ ਤੋਂ ਖਰਾਬ ਨਹੀਂ ਸੀਗੀ, ਤੇ ਐਸੇ ਕੇਸਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕਿ ਰੇਪ ਦੇ ਐਕਸਟੈਂਸ਼ਨ ਦੇ ਵਿੱਚ ਜਿਹੜੇ ਕਿ ਫਾਲ ਨਹੀਂ ਕਰਦੇ। ਉਹਦੇ ਲਈ ਵੀ ਦੋਨੋਂ ਪੱਖਾਂ ਦਾ ਧਿਆਨ ਰੱਖਿਆ ਗਿਆ। ਹਾਂ, ਦੋਨੋਂ ਪੱਖਾਂ ਦਾ ਧਿਆਨ ਰੱਖਿਆ ਕਿਉਂਕਿ ਕਾਨੂੰਨ ਦੇਖੋ, ਕਾਨੂੰਨ ਦੀ ਜਿਹੜੀ ਗੱਲ ਹੈਗਾ ਆਰਟੀਕਲ 21 ਸਾਡਾ ਕਨਸਟੀਟਿਊਸ਼ਨ ਆਫ ਇੰਡੀਆ ਦਾ ਇੱਕ ਥੰਬ ਹੈਗਾ ਇਹਦੇ ਵਿੱਚ ਜਿਹੜਾ ਕਿ ਰਾਈਟ ਟੂ ਇਕੁਐਲਿਟੀ ਦੀ ਗੱਲ ਕਰਦਾ ਹੈ। ਇਹਦੇ ਵਿੱਚ ਕਹਿੰਦੇ ਨੇ ਕਿ ਭਾਵੇਂ ਮੇਲ ਹੋਏ, ਫੀਮੇਲ ਹੋਏ ਜਾਂ ਟਰਾਂਸਜੈਂਡਰ ਹੋਏ,
ਸਭ ਦਾ ਰਾਈਟ ਜਿਹੜਾ ਕਾਨੂੰਨ ਦੇ ਬਰਾਬਰ ਕਾਨੂੰਨ ਸਭ ਦੇ ਵਾਸਤੇ ਹੈਗਾ, ਕਾਨੂੰਨ ਦੀ ਪ੍ਰੋਟੈਕਸ਼ਨ ਸਭ ਦੇ ਵਾਸਤੇ ਬਰਾਬਰ ਹੈਗੀ, ਕਾਨੂੰਨ ਦੇ ਵਿੱਚ ਹੱਕ ਸਭ ਦੇ ਵਾਸਤੇ ਬਰਾਬਰ ਹੈਗੇ ਜੀ। ਐਜ਼ ਅ ਹਿਊਮਨ ਬੀਇੰਗ ਹਰ ਇੱਕ ਨੂੰ ਟ੍ਰੀਟ ਕੀਤਾ ਜਾਏ। ਹਾਂ, ਐਜ਼ ਅ ਹਿਊਮਨ ਬੀਇੰਗ ਸਭ ਨੂੰ ਟ੍ਰੀਟ ਕੀਤਾ ਗਿਆ। ਔਰ ਰਾਈਟ ਟੂ ਇਕੁਐਲਿਟੀ ਜਿਹੜਾ ਹੈਗਾ ਬੇਸਿਕ ਸਾਡਾ ਇਨਸ਼ਾਈਨਡ ਹੈ ਪ੍ਰਿੰਸੀਪਲ, ਕਾਨੂੰਨ ਜਿਹੜਾ ਕਿ ਸਭ ਵਾਸਤੇ ਜਿਹੜਾ ਕਿ ਬਰਾਬਰ ਜਿਹੜਾ ਕਿ ਵੀ ਉਹ ਪ੍ਰੋਟੈਕਸ਼ਨ ਵੀ ਦਿੰਦਾ। ਬਿਲਕੁਲ। ਔਰ ਰਿਸ਼ੀ ਭਾਰਦਵਾਜ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਮੇਂ ਦੇ ਨਾਲ ਬਹੁਤ ਕੁਝ ਬਦਲਾਵ ਆਏ ਨੇ। ਅੱਜ ਔਰਤ ਜਿਹੜੀ ਹਰ ਖੇਤਰ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੀ ਹੈ, ਉਹਨੂੰ ਸੁਰੱਖਿਆ ਦੀ ਜ਼ਰੂਰਤ ਹੈ, ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ਹੈ। ਕਾਨੂੰਨ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਹਮਣੇ ਵਾਲੀ ਪਾਰਟੀ ਨੂੰ ਥੋੜ੍ਹਾ ਡਰ ਬਣਿਆ ਰਹੇ ਕਿ ਉਹ ਸੁਰੱਖਿਅਤ ਤਰੀਕੇ ਨਾਲ ਕੰਮ ਕਰ ਸਕੇ। ਕਿਹੜੀਆਂ ਤਬਦੀਲੀਆਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਸੰਭਾਵਨਾ ਹੈ? ਕਾਨੂੰਨ ਨੂੰ ਕਿੱਥੇ ਤਰਮੀਮ ਕਰਨ ਦੀ ਅੱਜ ਵੀ ਜ਼ਰੂਰਤ ਹੈ, ਜਿੱਥੇ ਤੁਸੀਂ, ਕਿਉਂਕਿ ਤੁਸੀਂ ਪਬਲਿਕ ਪ੍ਰੋਸੀਕਿਊਟਰ ਹੋ ਔਰ ਤੁਹਾਨੂੰ ਜ਼ਿਆਦਾ ਐਕਸਪੀਰੀਅੰਸਿਸ ਹੁੰਦੇ ਹੋਣਗੇ ਕਿ ਕਿੱਥੇ ਕਾਨੂੰਨ ਦੇ ਵਿੱਚ ਕਮੀਆਂ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ? ਦੇਖिए बेसिकली ਜਿਹੜਾ ਹੈਗਾ ਕਿ ਜਿੱਥੇ ਤੱਕ ਅਸੀਂ ਕਾਨੂੰਨ ਦੀ ਗੱਲ ਕਰੀਏ, ਕਾਨੂੰਨ ਬਾਈ ਐਂਡ ਲਾਰਜ ਜਿਹੜੇ ਅੱਜ ਦਾ ਜੋ ਸਿਨੈਰੀਓ ਦੀ ਜਿਹੜੀ ਡਿਮਾਂਡ ਹੈ ਉਹਦੇ ਹਿਸਾਬ ਨਾਲ ਜਿਹੜਾ ਹੈ ਕਿ ਵੀ ਉਹ ਐਡਰੈਸ ਕਰ ਰਿਹਾ ਸਾਰਾ ਜਿਹੜਾ ਵੀ ਜੋ ਵੀ ਲੋਕਾਂ ਦੇ ਗ੍ਰੀਵੈਂਸਿਸ ਹੈਗੇ ਉਹਨੂੰ। ਮੇਨ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਜਿਹੜਾ ਅਗਰ ਕਿੱਥੇ ਨਾ ਕਿੱਥੇ ਅਗਰ ਕੋਈ ਲੈਕਿੰਗ ਰਹਿ ਜਾ ਰਹੀ ਹੈ, ਉਹ ਲੈਕਿੰਗ ਹੈਗੀ ਕਿ ਪ੍ਰੋਸੀਜਰ ਦਾ ਇਨਫੋਰਸਮੈਂਟ ਦੇ ਵਿੱਚ, ਕਿ ਜਿਹੜਾ ਕਾਨੂੰਨ ਹੈ ਉਹਨੂੰ ਇਨਫੋਰਸ ਕਿੱਦਾਂ ਕਰਨਾ, ਉਹਨੂੰ ਕਾਰਜਸ਼ੀਲ ਕਿੱਦਾਂ ਕਰਨਾ ਔਰ ਇਨਸਾਫ ਕਿੱਦਾਂ ਲੋਕਾਂ ਨੂੰ ਦਿਵਾਉਣਾ। ਉਹਦੇ ਵਿੱਚ ਜਿਹੜਾ ਹੈਗਾ ਕਿ ਅਸੀਂ ਦੇਖਦੇ ਹਾਂ ਕਿ ਸਾਡਾ ਇੱਕ ਦੇਸ਼ ਬੜਾ ਵਿਸ਼ਾਲ ਦੇਸ਼ ਹੈ ਔਰ ਜਿਹੜਾ ਹੈਗਾ ਕਿ ਵੀ ਉਹਦੇ ਵਿੱਚ ਹੁਣ ਜਿਹੜਾ ਕਿ ਸਾਡਾ ਜਿਹੜਾ ਹੈਗਾ ਕਿ ਵੀ ਸਿਸਟਮ ਸਾਡਾ ਹੈਗਾ ਇਲੈਕਟ੍ਰੋਨਿਕ ਮੀਡੀਅਮਸ ਐਂਡ ਮੋਡਸ ਜਿਹੜੇ ਨੇ ਕਿ ਸਾਡੇ ਡੇ ਬਾਏ ਡੇ ਡਿਵੈਲਪ ਹੋ ਰਹੇ ਨੇ ਔਰ ਉਹ ਇਸੀ ਆਬਜੈਕਟਿਵ ਨਾਲ ਉਹ ਜਿਹੜੀ ਕਿ ਕਾਨੂੰਨਿੰਗ ਸਿਸਟਮ ਦੇ ਵਿੱਚ ਲੈ ਕੇ ਆਏ ਜਾ ਰਹੇ ਨੇ ਕਿ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਹਰਾਸਮੈਂਟ ਨਾ ਹੋਏ। ਮੰਨ ਲਓ ਅੱਜ ਕੋਈ FIR ਦਰਜ ਕਰਾ ਕੇ ਇੱਕ ਬਹੁਤ ਦੂਰ ਚਲੇ ਜਾਂਦਾ, ਕਿਸੇ ਹੋਰ ਜਾ ਕੇ ਸੈਟਲ ਹੋ ਜਾਂਦਾ, ਉਸਨੂੰ ਐਸੀ ਕੋਈ ਦਿੱਕਤ ਨਾ ਆਏ ਕਿ ਜਦੋਂ ਉਹਨੇ ਗਵਾਹੀ ਦੇਣ ਆਉਣਾ ਤੇ ਉਸਨੂੰ ਇਹ ਸੋਚਣਾ ਪਏ ਕਿ ਮੈਨੂੰ 1000-2000 ਕਿਲੋਮੀਟਰ ਦੁਬਾਰਾ ਟਰੈਵਲ ਕਰਕੇ ਜਾਣਾ ਪਏਗਾ। ਇਹਦੇ ਵਿੱਚ ਜਿਹੜਾ ਹੈ ਕਿ ਕੋਰਟਸ ਦਾ ਸਿਸਟਮ ਹੁਣ ਬਹੁਤ ਡੇ ਬਾਏ ਡੇ ਉਹਨੂੰ ਹੋਰ ਡਿਵੈਲਪ ਕਰ ਰਹੇ ਨੇ ਔਰ ਕਾਫੀ ਡਿਵੈਲਪ ਹੋ ਵੀ ਚੁੱਕਾ ਹੈ। ਉਹਦੇ ਵਿੱਚ ਜਿਹੜਾ ਹੈ ਕਿ ਵੀਡੀਓ ਕਾਨਫਰੰਸਿੰਗ ਦਾ ਜਿਹੜਾ ਇੱਕ ਸਿਸਟਮ ਅਸੀਂ ਦੇਖ ਰਹੇ ਕਿ ਐਡ ਹੋ ਗਿਆ। ਉਹਦੇ ਵਿੱਚ ਜਿਹੜਾ ਹੈ ਕਿ ਵੀ ਜਿਹੜੀਆਂ ਕੋਈ ਵਿਕਟਿਮਸ ਹੈਗੀਆਂ ਨੇ, ਜਿਹੜੀ ਆਪਣੀ ਪਲੇਸ ਤੇ ਉਹ ਚਲੇ ਗਈਆਂ ਨੇ, ਉੱਥੋਂ ਹੀ ਆਪਣੀ ਥਰੂ ਵੀਡੀਓ ਕਾਨਫਰੰਸਿੰਗ ਜਿਹੜੀ ਕਿ ਆਪਣੀ ਗਵਾਹੀ ਰਿਕਾਰਡ ਕਰਵਾ ਵੀ ਰਹੀਆਂ ਔਰ ਇਸ ਨੂੰ ਜਿਹੜਾ ਕਿ ਹੋਰ ਡੇ ਬਾਏ ਡੇ ਜਿਹੜਾ ਕਿ ਸਿਸਟਮ ਨੂੰ ਹੋਰ ਇੰਪਰੂਵ ਕੀਤਾ ਜਾ ਰਿਹਾ। ਸੋ ਬਾਈ ਐਂਡ ਲਾਰਜ ਜਿਹੜਾ ਹੈਗਾ ਕਿ ਵੀ ਸਾਨੂੰ ਜਿਹੜੀ ਇਨਫੋਰਸਮੈਂਟ ਹੈਗੀ ਹੈ, ਇਨਫੋਰਸਮੈਂਟ ਜਿਹੜੀ ਕਾਨੂੰਨ ਦੀ ਹੈਗੀ ਹੈ, ਉਹ ਜਿਹੜੀ ਹੈ ਕਿ ਵੀ ਉਹ ਸਾਨੂੰ ਜਿਹੜਾ ਕਿ ਕਰੰਟ ਜਿਹੜਾ ਸਿਨੈਰੀਓ ਹੈ ਉਹਦੇ ਹਿਸਾਬ ਨਾਲ ਆਪਣਾ ਸਾਰਾ ਕੁਝ ਸਿਸਟਮ ਦੇਖਦੇ ਉਸ ਨੂੰ ਥੋੜਾ ਹੋਰ ਮਜ਼ਬੂਤ ਕਰਨ ਦੀ ਗੱਲ ਹੈ। ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਜ਼ੀਰੋ FIR ਵਾਲਾ ਕੰਸੈਪਟ ਜਿਹੜਾ ਕਿ ਬਹੁਤ ਅੱਛਾ ਇੱਕ ਲਾਂਚ ਕੀਤਾ ਗਿਆ ਕਿ ਸੈਕਸ਼ੂਅਲ ਆਫੈਂਸਿਸ ਦੇ ਜਿਹੜੇ ਕੇਸਿਸ ਹੈਗੇ ਨੇ ਉਹਦੇ ਵਿੱਚ ਜਿਹੜੀਆਂ ਵਿਕਟਿਮਸ ਹੈਗੀਆਂ ਨੇ ਉਹ ਜਿਹੜੀ ਵੀ ਜਗ੍ਹਾ ਤੇ ਬੈਠੀਆਂ ਨੇ, ਇਰਰਿਸਪੈਕਟਿਵ ਆਫ ਦਾ ਫੈਕਟ ਕਿ ਉਹਨਾਂ ਨਾਲ ਆਫੈਂਸ ਕਿਹੜੇ ਹੋਰ ਏਰੀਆ 'ਚ ਹੋਇਆ, ਉਹ ਜਿਹੜੇ ਵੀ ਏਰੀਆ 'ਚ ਬੈਠੀਆਂ ਨੇ, ਜਿਹੜੇ ਵੀ ਏਰੀਆ 'ਚ ਕੰਫਰਟੇਬਲ ਫੀਲ ਕਰਦੀਆਂ ਉਸ ਏਰੀਆ ਦੇ ਆਪਣੇ ਪੁਲਿਸ ਸਟੇਸ਼ਨ 'ਚ ਜਾ ਕੇ ਉੱਥੋਂ ਜਿਹੜੀ ਕਿ ਆਪਣੀ FIR ਜਿਹੜੀ ਕਿ ਉਹ ਦਰਜ ਕਰਵਾ ਸਕਦੀਆਂ ਔਰ ਉਸ FIR ਨੂੰ ਜ਼ੀਰੋ FIR ਕਿਹਾ ਜਾਂਦਾ। ਕਿਉਂਕਿ ਅਸੀਂ ਦੇਖਦੇ ਸੀ ਕਿ ਜੁਰਿਸਡਿਕਸ਼ਨ ਪੁਆਇੰਟ ਆਫ ਵਿਊ ਦੇ ਵਿੱਚ ਕਈ ਵਾਰੀ ਵਿਕਟਿਮਸ ਨੂੰ ਬੜਾ ਇਹ ਪੁਲਿਸ ਸਟੇਸ਼ਨ ਤੋਂ 20 ਪੁਲਿਸ ਸਟੇਸ਼ਨ ਟਰੈਵਲ ਕਰਨਾ ਪੈਂਦਾ ਸੀਗਾ ਔਰ ਕਈ ਵਾਰੀ ਉਹਨਾਂ ਦਾ ਪਰਚਾ ਹੀ ਜਿਹੜਾ ਕਿ FIR ਦਰਜ ਹੋਣ 'ਚ ਹੀ ਜਿਹੜਾ ਕਿ ਬਹੁਤ ਟਾਈਮ ਲੱਗ ਜਾਂਦਾ ਸੀਗਾ। ਬਟ ਇਸ ਚੀਜ਼ ਨੂੰ ਵੀ ਐਡਰੈਸ ਕਰਤਾ ਗਿਆ ਕਾਨੂੰਨ ਦੇ ਵਿੱਚ, ਹੁਣ ਜ਼ੀਰੋ FIR ਦਾ। ਉਸ ਤੋਂ ਬਾਅਦ ਤੁਸੀਂ ਬੜੀ ਅੱਛੀ ਗੱਲ ਕਹੀ, ਹੁਣ ਜਿਹੜਾ ਹੈ ਕਿ ਮੈਡੀਕਲ ਐਗਜ਼ਾਮੀਨੇਸ਼ਨ ਜਿਹੜਾ ਹੈ ਕਿ ਵੀ ਸੈਕਸ਼ੂਅਲ ਆਫੈਂਸਿਸ ਦੇ ਕੇਸਿਸ ਦੇ ਵਿੱਚ ਇੱਕ ਬਹੁਤ ਹੀ ਜਿਹੜਾ ਇੰਪੋਰਟੈਂਟ ਇੱਕ ਐਸਪੈਕਟ ਹੁੰਦਾ, ਕਿਉਂਕਿ ਮੈਡੀਕਲ ਐਗਜ਼ਾਮੀਨੇਸ਼ਨ ਦੇ ਬੇਸਿਸ ਦੇ ਫਿਰ ਕੱਲ ਕੋਰਟ ਦੇ ਵਿੱਚ ਜਿਹੜੀ ਗਵਾਹੀ ਕਰਾਈ ਜਾਂਦੀ ਹੈ ਡਾਕਟਰ ਸਾਹਿਬ ਦੀ, ਕਿ ਉਹ ਦੱਸਦੇ ਨੇ ਕਿ ਵੀ ਮੈਡੀਕਲੀ ਉਹਨਾਂ ਨੇ ਕੀ ਜਿਹੜੇ ਕਿ ਵੀ ਉਹਦੇ ਵਿੱਚ ਜਿਹੜੀਆਂ ਕਿ ਇੰਜਰੀਜ਼ ਪਾਈਆਂ ਜਾਂ ਕਿਸ ਹਿਸਾਬ ਨਾਲ ਉਹਨਾਂ ਨੇ ਕੰਕਲੂਡ ਕੀਤਾ ਕਿ ਇਹਦੇ ਨਾਲ ਸੈਕਸ਼ੂਅਲ ਆਫੈਂਸ ਹੋਇਆ। ਹੁਣ ਉਹਦੇ ਵਿੱਚ ਵੀ ਜਿਹੜਾ ਕਿ ਵਿਆਹ ਕਾਂਡ ਤੋਂ ਬਾਅਦ ਇੱਕ ਬੜੀ ਅੱਛੀ ਅਮੈਂਡਮੈਂਟ ਕਰਤੀ ਗਈ ਹੈ। ਨਹੀਂ ਤਾਂ ਪਹਿਲਾਂ ਹੁੰਦਾ ਸੀ ਕਿ ਆਮ ਤੌਰ ਤੇ ਸਾਨੂੰ ਸਰਕਾਰੀ ਹਸਪੀਟਲ ਜਾ ਕੇ ਹੀ ਮੈਡੀਕਲ ਕਰਵਾਉਣਾ ਪੈਂਦਾ ਸੀਗਾ। ਹੁਣ ਅਮੈਂਡਮੈਂਟ ਦੇ ਵਿੱਚ ਇਹ ਨਵੀਂ CRPC ਦੇ ਵਿੱਚ ਐਡ ਕਰਤਾ ਗਿਆ ਕਿ ਤੁਸੀਂ ਜਿਹੜਾ ਕਿ ਸਰਕਾਰੀ ਹਸਪੀਟਲ ਤੋਂ ਵੀ ਮੈਡੀਕਲ ਕਰਵਾ ਸਕਦੇ ਹੋ। ਪਹਿਲੀ ਗੱਲ ਤਾਂ ਜਿੱਥੋਂ ਤੁਹਾਡੀ ਲੜਕੀ ਰਿਕਵਰ ਹੋਈ ਹੈ, ਜਿੱਥੋਂ ਤੁਸੀਂ ਉਹਨੂੰ ਤੁਹਾਡੇ ਪੁਲਿਸ ਨੇ ਜਿੱਥੇ ਉਹਨਾਂ ਨੂੰ ਵਿਕਟਿਮ ਨੂੰ ਜਿੱਥੇ ਵੀ ਉਹਨਾਂ ਨੂੰ ਰਿਕਵਰ ਕੀਤਾ, ਉਹ ਨੇੜਲੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਉਹਦਾ ਮੈਡੀਕਲ ਮਤਲਬ ਉਹਨਾਂ ਵਾਸਤੇ ਕਰਵਾਉਣਾ ਜ਼ਰੂਰੀ ਕਰਤਾ। ਅਗਰ ਕੋਈ ਲਾਗੇ ਛਾਗੇ ਕੋਈ ਉਹਨਾਂ ਕੋਲ ਸਰਕਾਰੀ ਹਸਪੀਟਲ ਨਹੀਂ ਹੈਗਾ ਤੇ ਉਹ ਕਿਸੇ ਵੀ ਪ੍ਰਾਈਵੇਟ ਪ੍ਰੈਕਟੀਸ਼ਨਰ ਕੋਲ ਵੀ ਜਿਹੜੇ ਡਾਕਟਰ ਹੈਗੇ ਉਹਨਾਂ ਕੋਲ ਵੀ ਉਹਦਾ ਮੈਡੀਕਲ ਐਗਜ਼ਾਮਿਨ ਕਰਵਾ ਸਕਦੇ ਨੇ। ਔਰ ਇਹ ਕੰਪਲਸਰੀ ਕਰਤਾ ਗਿਆ ਕਿ ਉਹਨਾਂ ਨੇ ਵੇਟ ਨਹੀਂ ਕਰਨਾ ਕਿ ਵੀ ਅਗਰ ਉਹਨੂੰ ਕੋਈ ਐਸੀ ਰਿਮੋਟ ਏਰੀਆ 'ਚ ਲੜਕੀ ਰਿਕਵਰ ਹੋਈ ਹੈ ਔਰ ਉਹਨਾਂ ਨੂੰ ਕਾਫੀ ਦੂਰ ਜਾਣਾ ਪੈਣਾ ਸਰਕਾਰੀ ਹਸਪੀਟਲ ਵਾਸਤੇ, ਐਸੀ ਜ਼ਰੂਰਤ ਨਹੀਂ। ਅਗਰ ਕੋਈ ਉਹਨਾਂ ਦੇ ਆਸ-ਪਾਸ ਕੋਈ ਪ੍ਰਾਈਵੇਟ ਡਾਕਟਰ ਵੀ ਹੈਗੇ ਨੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਉਹਨਾਂ ਕੋਲ ਵੀ ਉਹ ਜਿਹੜਾ ਕਿ ਉਹਦਾ ਮੈਡੀਕਲ ਐਗਜ਼ਾਮਿਨ ਕਰਵਾ ਸਕਦੇ ਨੇ। ਮੀਨਿੰਗ ਦੇਅਰ ਬਾਏ ਕਿ ਕਾਨੂੰਨ ਦੀ ਜਿੱਥੇ ਤੱਕ ਹੈਗੀ ਹੈ ਪੀਨਲ ਪ੍ਰੋਵੀਜ਼ਨਸ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ, ਸਜ਼ਾ ਦਾ ਪ੍ਰਾਵਧਾਨ ਹੈ, ਉਹ ਤਾਂ ਅੱਜ ਦੇ ਟਾਈਮ ਦੇ ਨਾਲ ਬਹੁਤ ਜ਼ਿਆਦਾ ਇਨਕਨਸੀਸਟੈਂਸ ਚੱਲ ਰਹੀ ਹੈ। ਥੋੜੀ ਕਿੱਥੇ ਅਸੀਂ ਦਿੱਕਤ ਅਗਰ ਫੀਲ ਕਰਦੇ ਹਾਂ ਉਹ ਆਉਂਦੀ ਹੈ ਇਨਫੋਰਸਮੈਂਟ ਦੇ ਵਿੱਚ, ਪਰ ਉਹਦੇ ਉੱਤੇ ਵੀ ਅਸੀਂ ਦੇਖ ਰਹੇ ਹਾਂ ਕਿ ਹੁਣ ਸਰਕਾਰਾਂ ਬਹੁਤ ਵਰਕ ਕਰ ਰਹੀਆਂ
ਔਰ ਬਹੁਤ ਹੀ ਜਲਦੀ ਸਾਨੂੰ ਜਿਹੜਾ ਲੱਗਦਾ ਕਿ ਵੀ ਇਹਦੇ ਵਿੱਚ ਹੋਰ ਵੀ ਅੱਛੀਆਂ ਪੋਜ਼ਿਟਿਵ ਆਊਟਕਮਸ ਜਿਹੜੀਆਂ ਕਿ ਆਉਣੀਆਂ ਸ਼ੁਰੂ ਹੋ ਜਾਣਗੀਆਂ। ਪ੍ਰੀਵੈਂਸ਼ਨ ਆਫ ਚਾਈਲਡ ਅਗੇਂਸਟ ਸੈਕਸੁਅਲ ਆਫੈਂਸਿਸ ਐਕਟ ਜਿਹੜਾ ਹੈ ਜਾਂ ਬਾਲਿਗ ਔਰ ਨਾਬਾਲਿਗ ਦੇ ਸੰਬੰਧ ਵਿੱਚ ਕਾਨੂੰਨ ਦੇ ਵਿੱਚ ਕੋਈ ਹੇਰਫੇਰ ਜਾਂ ਕਾਨੂੰਨ ਦੇ ਵਿੱਚ ਕੋਈ ਬਦਲਾਵ ਜਾਂ ਕਾਨੂੰਨ ਕਿਸ ਤਰ੍ਹਾਂ ਲਾਗੂ ਹੁੰਦਾ ਹੈ? ਤੁਹਾਡਾ ਬੜਾ ਅੱਛਾ ਸਵਾਲ ਹੈ ਤੁਹਾਡਾ ਕਿ ਅਸੀਂ ਸਾਡੇ ਮਨ 'ਚ ਆਮ ਕੁਐਸਚਨ ਆਉਂਦਾ ਕਿ ਜੇ ਸਾਡੇ ਇੰਡੀਅਨ ਪੀਨਲ ਕੋਡ ਦੇ ਵਿੱਚ ਵੀ ਰੇਪ ਦੀ ਸਜ਼ਾ ਮਤਲਬ ਲਿਖੀ ਹੈ ਤਾਂ ਫਿਰ ਸਾਨੂੰ ਪੋਕਸੋ ਦੇ ਵਿੱਚ ਵੀ ਐਕਟ ਦੀ ਕੀ ਲੋੜ? ਮੇਨ ਜਿਹੜੀ ਗੱਲ ਹੈਗੀ ਹੈ ਕਿ ਫੀਲ ਕੀਤਾ ਜਾਂਦਾ ਸਰਕਾਰਾਂ ਵੱਲੋਂ ਬਾਰ-ਬਾਰ, ਕਿਉਂਕਿ ਕਈ ਸਰਵੇਜ਼ ਹੁੰਦੇ ਨੇ, ਕਈ ਰਿਪੋਰਟਸ ਆਉਂਦੀਆਂ ਨੇ, ਕਈ ਤਰੀਕੇ ਦੇ ਡਾਟਾਸ ਇਕੱਠੇ ਹੁੰਦੇ ਨੇ, ਉਹਦੇ ਵਿੱਚ ਦੇਖਿਆ ਕਿ ਵੀ ਹੁਣ ਜਿਸ ਹਿਸਾਬ ਦਾ ਸਮੇਂ ਬਦਲ ਰਿਹਾ ਉਹਦੇ ਵਿੱਚ ਜਿਹੜੀ ਹੈਗੀ ਕਿ ਕ੍ਰਾਈਮ ਅਗੇਂਸਟ ਜਿਹੜਾ ਚਾਈਲਡ ਹੈਗਾ, ਬੱਚਿਆਂ ਦੇ ਖਿਲਾਫ ਜਿਹੜਾ ਆਫੈਂਸਿਸ ਹੈਗੇ ਨੇ ਉਹ ਬਹੁਤ ਵੱਧ ਰਹੇ ਨੇ। ਔਰ ਉਹਨਾਂ ਦੇ ਵਿੱਚ ਜਿਹੜਾ ਇੱਕ ਪਾਰਟਿਕੂਲਰ ਨੇਚਰ ਦੇ ਆਫੈਂਸਿਸ ਜਿਹੜੇ ਕਿ ਮਤਲਬ ਸੈਕਸ਼ੂਅਲ ਨੇਚਰ ਦੇ ਆਫੈਂਸਿਸ ਹੈਗੇ ਨੇ ਉਹ ਵੀ ਬੱਚਿਆਂ ਦੇ ਖਿਲਾਫ ਬਹੁਤ ਵੱਧ ਰਹੇ ਨੇ। ਪੋਕਸੋ ਜਿੱਦਾਂ ਮੈਂ ਪਹਿਲਾਂ ਕਿਹਾ, ਪੋਕਸੋ ਨੋ ਡਾਊਟ ਇਜ਼ ਅ ਜੈਂਡਰ ਨਿਊਟਰਲ ਐਕਟ, ਮੇਲ ਫੀਮੇਲ ਬੱਚੇ ਦੋਨਾਂ ਦੇ ਉੱਤੇ ਹੀ ਲਾਗੂ ਹੁੰਦਾ, ਬਟ ਪ੍ਰਾਈਮਰੀਲੀ ਇਹਦਾ ਜਿਹੜਾ ਹੈਗਾ ਜ਼ਿਆਦਾ ਜਿਹੜਾ ਪ੍ਰੋਟੈਕਸ਼ਨ ਜਿਹੜੀ ਹੈਗੀ ਹੈ ਉਹ ਜਿਹੜੀਆਂ ਮਾਈਨਰ ਬੱਚੀਆਂ ਹੈਗੀਆਂ ਨੇ ਉਹਨਾਂ ਵਾਸਤੇ ਇਹ ਐਕਟ ਜ਼ਿਆਦਾ ਲਾਭਬੰਦ ਹੈ ਔਰ ਉਹਨੂੰ ਮਾਈਂਡ ਆਬਜੈਕਟਿਵ ਰੱਖ ਕੇ ਉਹਨੂੰ ਬਣਾਇਆ ਗਿਆ। ਔਰ ਇਹਦੇ ਵਿੱਚ ਜਿਹੜਾ ਹੈਗਾ ਕਿ ਸਾਰੇ ਨੇਚਰ ਦੇ ਆਫੈਂਸਿਸ ਦੀ ਪਨਿਸ਼ਮੈਂਟ ਬੜੀ ਹਾਈ ਕੀਤੀ ਗਈ ਹੈ। ਔਰ ਤਾਂ ਕਿ ਜਿਹੜਾ ਹੈ ਕਿ ਪੋਕਸੋ ਦੇ ਵਿੱਚ ਇੱਕ ਅਗਲੀ ਗੱਲ ਹੈਗੀ ਹੈ ਕਿ ਪੋਕਸੋ ਵਾਸਤੇ ਜਿਹੜਾ ਕਿ ਸਪੈਸ਼ਲ ਕੋਰਟਸ ਹੈਗੀਆਂ ਨੇ। ਅਗਰ ਆਈਪੀਸੀ ਦੇ ਵਿੱਚ ਤੁਹਾਡਾ ਪਰਚਾ ਦਰਜ ਹੁੰਦਾ ਜਾਂ ਐਫਆਈਆਰ ਹੁੰਦੀ ਉਹਦਾ ਟ੍ਰਾਇਲ ਜਿਹੜਾ ਕਿ ਨੋ ਡਾਊਟ ਕਿ ਵੀ ਕਿਸੇ ਹੋਰ ਕੋਰਟ 'ਚ ਵੀ ਚੱਲ ਸਕਦਾ, ਬਟ ਅਗਰ ਪੋਕਸੋ ਐਕਟ ਦੇ ਵਿੱਚ ਅਗਰ ਪ੍ਰੋਸੀਕਿਊਸ਼ਨ ਹੋਣੀ ਉਹਦੇ ਵਾਸਤੇ ਸਪੈਸ਼ਲ ਕੋਰਟਸ ਜਿਹੜੀਆਂ ਹਰ ਡਿਸਟ੍ਰਿਕਟ ਲੈਵਲ ਦੇ ਉੱਤੇ ਕਨਸਟੀਟਿਊਟ ਕੀਤੀਆਂ, ਉਹਦੇ ਨਾਲ ਤਾਂ ਇੱਕ ਤਾਂ ਕੇਸ ਜਿਹੜਾ ਕਿ ਫਾਸਟ ਟਰੈਕ ਚੱਲਣਾ ਸ਼ੁਰੂ ਹੋ ਜਾਂਦਾ। ਪਲੱਸ ਪਨਿਸ਼ਮੈਂਟ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਸਾਰੇ ਤੁਹਾਡੇ ਸਬੂਤ ਜਿਹੜੇ ਪ੍ਰੂਵ ਹੋ ਜਾਂਦੇ ਨੇ ਕੋਰਟ ਦੇ ਵਿੱਚ, ਤੇ ਜਦੋਂ ਪਨਿਸ਼ਮੈਂਟ ਦੇਣੀ ਹੈ ਤੇ ਕੋਰਟ ਵਾਸਤੇ ਉਹਨਾਂ ਨੇ ਮੈਂਡੇਟਰੀ ਕਰਤਾ ਹੈ ਕਿ ਉਹਨਾਂ ਨੇ ਦੇਖਣਾ ਕਿ ਅਸੀਂ ਪੋਕਸੋ ਐਕਟ ਦੇ ਵਿੱਚ ਸਜ਼ਾ ਜ਼ਿਆਦਾ ਦੇ ਸਕਦੇ ਹਾਂ ਕਿ ਜਿਹੜੇ ਕੋਈ ਹੋਰ ਐਕਟ ਦੇ ਵਿੱਚ ਸਜ਼ਾ ਜ਼ਿਆਦਾ ਦੇ ਸਕਦੇ ਹਾਂ। ਜੀ ਜੀ। ਤੇ ਜਿਸ ਐਕਟ ਦੇ ਵਿੱਚ ਸਜ਼ਾ ਜ਼ਿਆਦਾ ਦੇ ਸਕਦੇ ਹਾਂ ਉਸ ਐਕਟ ਦੇ ਵਿੱਚ ਉਸ ਨੂੰ ਦੋਸ਼ੀ ਨੂੰ ਜਿਹੜੀ ਕਿ ਉਹ ਪਨਿਸ਼ਮੈਂਟ ਦਿੱਤੀ ਜਾਵੇਗੀ। ਮੀਨਿੰਗ ਦੇ ਬਾਈ ਇੱਕ ਡੈਟਰੈਂਟ ਇਫੈਕਟ ਜਿਹੜਾ ਹੈਗਾ ਕਿ ਵੀ ਉਹ ਕ੍ਰੀਏਟ ਕਰਨਾ ਦੀ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕੀਤੀ ਗਈ ਹੈ ਇਸ ਲੈਜਿਸਲੇਸ਼ਨ ਦੇ ਨਾਲ, ਤਾਂ ਕਿ ਕੋਈ ਵੀ ਕਾਨੂੰਨ ਨੂੰ ਹੱਥ ਲੈਣ ਤੋਂ ਪਹਿਲਾਂ ਜਿਹੜਾ ਕਿ ਵੀ ਦੋ ਵਾਰੀ ਸੋਚੇ ਕਿ ਬਾਅਦ ਜਿਹੜਾ ਕਿ ਵੀ ਉਸ ਨੂੰ ਕਿਸ ਹਿਸਾਬ ਦੀ ਜਿਹੜੀ ਕਿ ਪਨਿਸ਼ਮੈਂਟ ਉਹ ਮਿਲ ਸਕਦੀ ਹੈ। ਜੀ ਰਿਸ਼ੀ ਭਾਰਦਵਾਜ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਦੇ ਰਹੇ ਹੋ ਪ੍ਰੋਗਰਾਮ ਦੇ ਵਿੱਚ। ਔਰ ਜਾਂਦੇ ਜਾਂਦੇ ਅਸੀਂ ਜਿਸ ਤਰ੍ਹਾਂ ਕਿ ਤੁਸੀਂ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਹੋ, ਜਲੰਧਰ ਵਿੱਚ ਪੋਸਟਡ ਹੋ, ਕੀ ਸੁਣਿਆ ਸਾਡੇ ਉਹਨਾਂ ਜਿਹੜੇ ਸਫਰਰ ਨੇ ਜਾਂ ਕਿਸ ਤਰ੍ਹਾਂ ਅਵੇਅਰ ਰਹਿਣ ਦੀ ਜ਼ਰੂਰਤ ਹੈ ਜਾਂ ਕਾਨੂੰਨ ਦਾ ਕਿਸ ਤਰ੍ਹਾਂ ਪੂਰੀ ਤਰ੍ਹਾਂ ਪਾਲਣ ਕਰਕੇ ਉਹਦਾ ਜ਼ਿਆਦਾ ਫਾਇਦਾ ਲੈਣ ਦੀ ਜ਼ਰੂਰਤ ਹੈ, ਇਸ ਬਾਰੇ ਜਾਂਦੇ ਜਾਂਦੇ ਕੁਝ ਸੰਦੇਸ਼ ਦੇਣਾ ਚਾਹੋਗੇ? ਦੇਖिए मेरा ਜਿਹੜਾ ਹੈਗਾ ਬੇਸਿਕ ਜਿਹੜਾ ਮੈਂ ਸੁਨੇਹਾ ਤੁਹਾਡੇ ਮਾਧਿਅਮ ਨਾਲ ਦੇਣਾ ਚਾਹੁੰਦਾ ਉਹ ਇਹ ਦੇਣਾ ਚਾਹੁੰਦਾ ਕਿ ਅਗਰ ਤੁਹਾਡੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਵਧੀਕੀ ਹੁੰਦੀ ਹੈ, ਤੁਸੀਂ ਨਿਸ਼ਚਿੰਤ ਹੋ ਕੇ ਬਿਨਾਂ ਕਿਸੇ ਡਰ ਭੈ ਤੋਂ ਤੁਸੀਂ ਆਪਣੀ ਉਹ ਰਿਪੋਰਟ ਕਰੋ, ਤਾਂ ਕਿ ਜਿਹੜੀ ਹੈ ਕਿ ਤੁਹਾਡੀ ਇਨਵੈਸਟੀਗੇਸ਼ਨ ਔਰ ਉਸ ਚੀਜ਼ ਦੀ ਜਿਹੜੀ ਇਨਕੁਆਇਰੀ ਹੈ ਟਾਈਮ ਰਹਿੰਦੇ ਸ਼ੁਰੂ ਹੋ ਸਕੇ, ਔਰ ਜਿਹੜਾ ਕਿ ਟਾਈਮ ਬਿਨਾਂ ਗਵਾਏ ਜਿਹੜਾ ਕਿ ਐਵੀਡੈਂਸ ਜਿਹੜਾ ਕਿ ਮਸ਼ੀਨਰੀ ਜਿਹੜੀ ਹੈ ਪੁਲਿਸ ਜਿਹੜੀ ਕਿ ਉਹ ਇਕੱਠੀ ਕਰ ਸਕੇ, ਔਰ ਜਿਹੜਾ ਕਿ ਵੀ ਤੁਹਾਨੂੰ ਜਿਹੜਾ ਕਿ ਨਿਆਂ ਜਿਹੜਾ ਕਿ ਵੀ ਜਲਦ ਤੋਂ ਜਲਦ ਜਿਹੜਾ ਕਿ ਉਹ ਮਿਲੇਗਾ। ਐਸੀ ਜਿਹੜੀ ਹੈਗੀ ਵੀ ਐਸਾ ਕਾਨੂੰਨ ਦੇ ਵਿੱਚ ਵੀ ਪ੍ਰਾਵਧਾਨ ਹੈਗਾ, ਔਰ ਜਿਹੜੀ ਹੈ ਕਿ ਜੋ ਮਸ਼ੀਨਰੀ ਔਰ ਜੋ ਸਿਸਟਮ ਬਣਨੇ ਇਵੋਲਵ ਹੋ ਰਿਹਾ ਉਹਦੇ ਵਿੱਚ ਜਿਹੜਾ ਕਿ ਵੀ ਕਿਸੇ ਵੀ ਤਰੀਕੇ ਦਾ ਤੁਹਾਨੂੰ ਜਿਹੜਾ ਕਿ ਵੀ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਜਿਹੜੀ ਕਿ ਉਹ ਸਾਹਮਣਾ ਨਹੀਂ ਕਰਨਾ ਪਏਗਾ। ਜੀ, ਔਰਤਾਂ ਦੇ ਖਿਲਾਫ ਅਪਰਾਧ ਬਾਰੇ ਕਾਨੂੰਨ ਬਾਰੇ ਰਿਸ਼ੀ ਭਾਰਦਵਾਜ ਜੀ ਜਿਹੜੇ ਕਿ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਨੇ ਸਾਨੂੰ ਜਾਣਕਾਰੀ ਦੇ ਰਹੇ ਸਨ। ਰਿਸ਼ੀ ਭਾਰਦਵਾਜ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ ਦੇ ਵਿਹੜੇ ਇੰਨੀ ਸਾਰੀ ਜਾਣਕਾਰੀ ਪਹੁੰਚਾਉਣ ਲਈ। ਸੁਣਨ ਵਾਲੇ ਇਹਨਾਂ ਗੱਲਾਂ ਦਾ ਜ਼ਰੂਰ ਫਾਇਦਾ ਲੈਣਗੇ। ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਤਾਂ ਉਹਦੇ ਲਈ ਜਾਗਰੂਕ ਹੋਣਾ ਜ਼ਰੂਰੀ ਹੈ, ਸੁਰੱਖਿਅਤ ਹੋਣਾ ਜ਼ਰੂਰੀ ਹੈ, ਕਾਨੂੰਨ ਦਾ ਸਹਾਰਾ ਲੈਣਾ ਬਹੁਤ ਹੀ ਜ਼ਰੂਰੀ, ਕਿਉਂਕਿ ਕਾਨੂੰਨ ਸਾਡੀ ਸੁਰੱਖਿਆ ਲਈ ਹੀ ਬਣਾਏ ਗਏ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਇੱਕ ਵਾਰੀ ਕਿ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਨੂੰ ਪੂਰੀ ਉਮੀਦ ਹੈ ਕਿ ਜੋ ਅਸੀਂ ਡਿਸਕਸ ਕੀਤਾ ਉਹਦਾ ਜਿਹੜਾ ਕਿ ਵੀ ਸਰੋਤੇ ਜਿਹੜਾ ਕਿ ਪੂਰਾ ਲਾਭ ਚੱਕਣਗੇ। ਮੈਂ ਫਿਰ ਤੁਹਾਡਾ ਇੱਕ ਵਾਰੀ ਬਹੁਤ 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 ਧੰਨਵਾਦ ਕਰਨਾ। ਪ੍ਰੋਗਰਾਮ ਵਸਦੇ ਵੇਲੇ ਹੁਣ ਖਤਮ ਹੁੰਦਾ ਹੈ। ਕੱਲ 12:30 ਵਜੇ ਨਵੇਂ ਸਿਲਸਿਲੇ ਲੈ ਕੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ। ਕਮਲੇਸ਼ ਨੂੰ ਦਿਓ ਇਜਾਜ਼ਤ। ਨਮਸਕਾਰ।